ਸਾਰਿਆਂ ਸਰੋਤਿਆਂ ਨੂੰ ਸਾਰੇ ਨੂੰ ਵੈਲਕਮ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਲੋ ਜਿਹੜੇ ਪਹਿਲੇ ਆ ਜਿਹੜੇ ਵਿੱਚ ਜੁਆਇਨ ਕੀਤੇ ਸਾਰਿਆਂ ਨੂੰ ਜੀ ਵੈਲਕਮ। ਜਿੱਦਾਂ ਅਸੀਂ ਪਿਛਲੀ ਵਾਰੀ ਵੀ ਅਨਾਉਂਸ ਕੀਤਾ ਤੇ ਐਤਕੀ ਵੀ ਸਾਨੂੰ ਅਨਾਉਂਸਮੈਂਟ ਆਲਰੇਡੀ ਹੋਈ ਸੀ ਕਿ ਅੱਜ ਡਾਕਟਰ ਕਾਲਾ ਸਿੰਘ ਜੀ ਸਾਡੇ ਵੈਂਕੂਵਰ ਵਿੱਚ ਬੜੇ ਸਤਿਕਾਰਿਤ ਸੱਜਣ ਹੈਗੇ ਆ ਔਰ ਬੜੇ ਲੈਕਚਰਸ ਇਹਨਾਂ ਦੇ ਸਿੱਖੀ ਤੇ ਹੈਲਪ ਸਾਈਕੈਟਰੀ ਤੇ ਹੋਰ ਮੈਂਟਲ ਹੈਲਥ ਤੇ ਬਹੁਤ ਸਾਰੇ ਸਾਡੇ ਕੋਲ ਸਿੱਖੀ ਨਾਲ ਰਿਲੇਟਡ ਲੈਕਚਰਸ ਹੈਗੇ ਆ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਕਈ ਵਾਰੀ ਕਈ ਫੋਰਮਸ ਤੇ ਸੁਣਦੇ ਰਹਿੰਦੇ ਆ। ਅੱਜ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿਉਂਕਿ ਵਿਸਾਖੀ ਦਾ ਤਿਉਹਾਰ ਗਿਆ ਤੇ ਅਸੀਂ ਉਸਦੇ ਮੁਤਾਬਿਕ ਗੁਰੂ ਨਾਨਕ ਪਾਤਸ਼ਾਹ ਦਾ ਵੀ ਮਨਾਇਆ। ਸੋ ਜਰਨੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਤੱਕ ਉਹ ਜਿਹੜੀ ਹੈ ਵਿਸਾਖੀ ਦੀ ਜਰਨੀ ਜਿਹੜੀ ਆ ਉਹਦੇ ਬਾਰੇ ਤੇ ਉਹ ਕਿਸ ਤਰੀਕੇ ਨਾਲ ਡਿਵੈਲਪ ਹੋਈ ਇਹ ਸਾਰੇ ਬਾਰੇ ਡਾਕਟਰ ਕਾਲਾ ਸਿੰਘ ਜੀ ਨੂੰ ਰਿਕੁਐਸਟ ਕੀਤੀ ਕਿ ਉਹ ਇਸ ਦੇ ਉੱਤੇ ਚਾਨਣਾ ਪਾਉਣ ਉਹ ਡਿਟੇਲ ਵਰਕਆਊਟ ਕਰਨ। ਸੋ ਪਲੀਜ਼ ਡਾਕਟਰ ਕਾਲਾ ਸਿੰਘ ਜੀ ਵੈਲਕਮ। ਥੈਂਕਸ ਤੁਹਾਡਾ ਪਹਿਲੇ ਵੀ ਕਿ ਤੁਸੀਂ ਟਾਈਮ ਕੱਢ ਕੇ ਦੇ ਰਹੇ ਹੋ ਔਰ ਪਲੀਜ਼ ਤੁਸੀਂ ਟੇਕ ਓਵਰ ਕਰੋ। ਸਾਰਿਆਂ ਨੂੰ ਹੈਗੀ ਰਿਕੁਐਸਟ ਕਿ ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲੈਣ ਤੇ ਫਿਰ ਅਸੀਂ ਕੁਐਸਚਨ ਆਨਸਰ ਵੇਲੇ ਬੋਲਾਂਗੇ। ਹਾਂਜੀ ਡਾਕਟਰ ਸਾਹਿਬ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਜਗਜੀਤ ਸਿੰਘ ਉਹਨਾਂ ਦਾ ਤੇ ਉਹਨਾਂ ਦੀ ਟੀਮ ਦਾ ਧੰਨਵਾਦੀ ਹਾਂ ਕਿ ਆਪ ਸਭ ਦੇ ਨਾਲ ਅੱਜ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ। ਟੌਪਿਕ ਅੱਜ ਦਾ ਵਿਸਾਖੀ ਇਹ ਜਰਨੀ ਫਰੋਮ ਗੁਰੂ ਨਾਨਕ ਟੂ ਗੁਰੂ ਗੋਬਿੰਦ ਸਿੰਘ। ਮੈਂ ਟਰਮ ਵਿਸਾਖੀ ਇਸਤੇਮਾਲ ਕੀਤੀ ਹੈ, ਖਾਲਸਾ ਪ੍ਰਗਟਿਓ ਦਿਵਸ ਨਹੀਂ ਕਿਹਾ ਕਿਉਂਕਿ ਨੋਰਮਲੀ ਆਮ ਲੋਕੀ ਸਾਰੇ ਇਸ ਨੂੰ ਵਿਸਾਖੀ ਦੇ ਨਾਮ ਤੇ ਹੀ ਜਾਣਦੇ ਨੇ। ਜਿੱਦਾਂ ਖੰਡੇ ਬਾਟੇ ਦੀ ਪਾਹਲ ਲੋਕੀ ਮੋਸਟਲੀ ਅੰਮ੍ਰਿਤ ਦੇ ਨਾਮ ਤੇ ਜਾਣਦੇ ਆ ਤਾਂ ਉਸਨੂੰ ਅੰਮ੍ਰਿਤ ਹੀ ਕਹਿ ਦਿੱਤਾ ਜਾਂਦਾ ਆ ਤੇ ਮੈਂ ਇਸ ਵਾਸਤੇ ਇਹਨੂੰ ਵਿਸਾਖੀ ਦੇ ਨਾਮ ਤੋਂ ਹੀ ਕਹਾਂਗਾ। ਸ਼ੁਰੂ ਮੈਂ ਕਰਦਾ ਹਾਂ ਕ੍ਰਾਂਤੀ ਤੋਂ ਕਿ ਦੁਨੀਆ ਦੇ ਵਿੱਚ ਜਿਹੜੀ ਕ੍ਰਾਂਤੀ ਹੈ ਉਹ ਦੋ ਤਰੀਕੇ ਦੀ ਹੁੰਦੀ ਹੈ, ਇੱਕ ਸੋਸ਼ਲ ਤੇ ਇੱਕ ਪੋਲੀਟੀਕਲ। ਤੇ ਜਿਹੜੀ ਕ੍ਰਾਂਤੀ ਆ ਉਹ ਜਾਂ ਇੱਕ ਕੰਟਰੀ ਤੱਕ ਸੀਮਿਤ ਹੁੰਦੀ ਹੈ, ਇੱਕ ਦੇਸ਼ ਤੱਕ, ਤੇ ਕਦੇ ਕਦੇ ਇਹ ਕ੍ਰਾਂਤੀ ਜਿਹੜੀ ਹੈ ਇਹ ਪੂਰੀ ਦੁਨੀਆ ਦੇ ਵਿੱਚ ਦੁਨੀਆ ਦੀ ਹੁੰਦੀ ਹੈ। ਔਰ ਕ੍ਰਾਂਤੀਕਾਰੀ ਵੀ ਦੋ ਤਰੀਕੇ ਦੇ ਨੇ, ਇੱਕ ਉਹ ਜਿਹੜੇ ਆਪਣੀ ਕਲਮ ਦੇ ਨਾਲ ਆਪਣੀ ਆਵਾਜ਼ ਦੇ ਨਾਲ ਕ੍ਰਾਂਤੀ ਪੈਦਾ ਕਰਦੇ ਆ, ਔਰ ਦੂਜੇ ਉਹ ਜੋ ਸ਼ਸਤਰ ਚੁੱਕਦੇ ਆ ਔਰ ਜ਼ਿਆਦਾਤਰ ਜਿਹੜੇ ਲਿਖਣ ਵਾਲੇ ਹੁੰਦੇ ਨੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹ ਸ਼ਸਤਰ ਚੁੱਕਦੇ ਨੇ। ਜਿਹੜੇ ਗੁਰੂ ਨਾਨਕ ਨੇ, ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਹੱਥ ਜੋੜ ਕੇ ਕਿ ਮੈਂ ਉਹਨਾਂ ਨੂੰ ਕ੍ਰਾਂਤੀਕਾਰੀ ਕਹਿਣ ਲੱਗਾ ਆ। ਉਹ ਐਸੇ ਕ੍ਰਾਂਤੀਕਾਰੀ ਸੀ ਕਿ ਜਿਨ੍ਹਾਂ ਨੇ ਸੋਸ਼ਲ ਔਰ ਪੋਲੀਟੀਕਲ ਦੋਨੋਂ ਕ੍ਰਾਂਤੀਆਂ ਲਿਆਂਦੀਆਂ। ਕੱਲੇ ਸਿਰਫ ਪੰਜਾਬ ਜਾਂ ਇੰਡੀਆ ਕੰਟਰੀ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ। ਔਰ ਜ਼ਿਆਦਾਤਰ ਲੋਕੀ ਇਹ ਬਿਲੀਵ ਕਰਦੇ ਆ ਕਿ ਗੁਰੂ ਨਾਨਕ ਸ਼ਾਂਤੀ ਦੇ ਪੁੰਜ ਸੀ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਸ਼ਸਤਰ ਚੁੱਕ ਲਏ ਤੇ ਉਹ ਉਹਨਾਂ ਦੇ ਦੱਸੇ ਹੋਏ ਸ਼ਾਂਤੀ ਦੇ ਰਸਤੇ ਉੱਪਰ ਨਹੀਂ ਚੱਲੇ। ਇਹ ਆਪ ਕਈ ਲੋਕੀ ਇਸ ਚੀਜ਼ ਨੂੰ ਕਹਿੰਦੇ ਨੇ, ਪਰ ਜਦੋਂ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਦੇਖਦੇ ਹਾਂ ਉਹ ਕੁਝ ਹੋਰ ਕਹਿੰਦੀ ਹੈ। ਗੁਰੂ ਨਾਨਕ ਨੇ ਪਹਿਲਾ ਸਵਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਬਾਣੀ ਦੇ ਵਿੱਚ ਕਿਉ ਸਚਿਆਰਾ ਹੋਈ ਹੈ ਕਿਉ ਕੂੜੇ ਟੁੱਟੇ ਪਾਲ। ਇੱਕ ਸਚਿਆਰ ਇਨਸਾਨ ਬਣਾਉਣਾ ਔਰ ਕੂੜ ਦੀ ਕੰਧ ਨੂੰ ਹਟਾਉਣਾ, ਇਹ ਕੰਮ ਸ਼ੁਰੂ ਕੀਤਾ ਉਹਨਾਂ ਨੇ। ਔਰ ਇਸ ਦੇ ਬਾਰੇ ਉਹਨਾਂ ਨੇ 28,000 ਕਿਲੋਮੀਟਰ ਪੈਦਲ ਦੁਨੀਆ ਭਰ
अलग-अलग जगह ते अलग-अलग देशों च जाके प्रचार किया। गुरु नानक ने यह देखा कि अनजान, बेसमझ, नादान लोगों के उपर उस वक्त के राजे, शासक ते धार्मिक आगू अन्याय कर रहे हैं, बेइंसाफी कर रहे हैं, जबर कर रहे हैं, अत्याचार कर रहे हैं, जुल्म कर रहे हैं, तो उन्होंने शोषण कर रहे हैं। धर्म, रंग, जात पात ते लिंग के आधार के उपर पक्षपात हो रहा है, वितकरा हो रहा है। गुरु नानक ने उस वक्त इस चीज के खिलाफ आवाज उठाई और संघर्ष शुरू किया। और उन्होंने संघर्ष दो पक्षी सी। पहला उन्होंने राजे, शासक ते धार्मिक आगुओं के खिलाफ आवाज उठाई। ये शांति के पुंज का काम नहीं है। दूजे पासे उन्होंने लोगों उस वक्त के धार्मिक आगुओं के द्वारा बनाए हुए कर्म कांड, उन्होंने तो छुटकारा, जो कूड़ उस वक्त धार्मिक आगुओं ने चलाया किया हुआ सीगा, उस कूड़ तो आम जनता को छुटकारा दिलाने वास्ते और आम जनता शस्त्र चुक के अपनी रक्षा कर सके और मजलूमां की रक्षा कर सके, ਜਿਹੜੇ उस वक्त के राजे और शासक ਸੀਗੇ जो उन्होंने अन्याय कर रहे ਸੀਗੇ, दबा रहे ਸੀਗੇ। ਇਹਦੇ ਵਾਸਤੇ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦੀ, शिक्षा देने की काम शुरू किया। ये दो पक्षी काम गुरु नानक ने 145 अंक पर गुरु नानक बख्शिश कर रहे हैं। श्लोक पहला पहला, कल काती राजे का साई, धर्म पंख कर उडरिया, कूड़ अमावस सच चंद्रमा, दिसे नाही कह चढ़िया। हुण उस वक्त एक राजे नूं कसाई कहना सरे आम, यह एक शांति के पुंज का काम नहीं। गुरु नानक ने आवाज उठाई, राजे से ही मुकदम कुत्ते, जाए जगायन बैठे सुते। राजे मानो शेर ने तो उन्होंने एहलकार कुत्ते ने। उस वक्त उन्होंने यह कह देना शांति के पुंज का काम नहीं। लोगों को उस वक्त इस चीज की अवेयरनेस क्रिएट की कि ये राजे जिहड़े ने तुहाडा खून पी रहे हैं, उन्होंने एहलकार तुहाडा खून पी रहे हैं। अवेयरनेस क्रिएट की। 350 अंकों पर गुरु बख्शिश कर रहे हैं, दर्शन देखिए दया ना होए, लय दिते बिन रहे ना कोई। राजा न्याय करे हाथ होए, कहे खुदाए ना माने कोई किसी दे नाल प्यार मुहब्बत नहीं, कोई किसी का काम नहीं करता पिया जब तक किसी को रिश्वत ना दी जाए। इत्थे तक कि राजा भी न्याय तां करदा वा जे उसका हथ गर्म किया जाए, उन्होंने रिश्वत दिता जाए। और अगर कोई खुदा की गल भी करे कि खुदा करके रब करके मेरा काम कर दे, तो उहदी कोई आवाज सुनने को तैयार नहीं। ਇਹਦੇ ਨਾਲ ਉਹਨਾਂ ਨੇ गुरु नानक ने धार्मिक आगू ਨੂੰ फिटकार पाई और लोगों को दसिया कि धार्मिक आगू की कर रहे हैं। 471 अंक पर, गऊ ब्राह्मण को कर लावो गोबर ना जाई, धोती टिका तैज माली धान मिलिछा खाई। अंतर पूजा पढ़े कतेमा, संजम तुरका पाई, छोड़ी ले पाखंडा, नाम लइए जाहे तरंदा। कहता है खतरी, दरिया के पत्तन से बैठ के तू गऊ और ब्राह्मण को पार लंघाने के वास्ते कर लेना आ, और फिर तू सोचता कि गऊ के गोहे के नाल पोचा फेर के तो मैं संसार समुद्र तो तर जाऊंगा। तो धोती तू पाउंदा आ, टिक्के तो तू मत्था लगाउणा आ, माला तू फेरदा आ, ते पदार्थ उन्होंने छकदा वा जिन्होंने तू मलेश करना है। अंदर बैठ के भी हाकमां तो, मुसलमान हाकमां तो चोरी चोरी तू पूजा करता है, तो बाहर मुसलमानों को दिखाने के वास्ते तू उन्होंने रहत रखी हुई है। कहते पखंड छड़ दे। उन्होंने फिटकार पाई तो लोगों को भी अवेयर कराया
ਕਿ ਇਹ ਕੁਝ ਹੋਇਆ ਵਾ। ਖੱਤਰੀਆਂ ਤਾਂ ਬ੍ਰਾਹਮਣ ਛੁੱਡਿਆ, ਮਲੇਚ ਭਾਖਿਆ ਗਈ। 471 ਅੰਗ ਉੱਪਰ ਗੁਰਬਖਸ਼ਿਸ਼ ਕਰ ਰਹੇ ਨੇ ਕਿ ਮਾਨਸ ਖਾਣੇ ਕਰਹਿ ਨਿਵਾਜ, ਛੂਈ ਵਗਾਏ ਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੁਰਹਿ ਨਾਦ, ਉਹਨਾਂ ਦੀ ਆਵੇ ਉਹੀ ਸਾਥ। ਕੂੜੀ ਰਾਸ ਕੂੜਾ ਵਾਪਾਰ, कूड़ बोल करहे आहार, शर्म धर्म का डेरा दूर, नानक कूड़ रहा भरपूर। इस कूड़ तो छुड़ाउण दे वास्ते और सचार मनुख पैदा करने दे वास्ते, बनाउण दे वास्ते, प्रगट करने दे वास्ते गुरु नानक ने संघर्ष चतिया। काजी ते मुसलमान हाकम है तो वड्डी खोरे पर पढ़ते ने नमाज। इन्हां हाकमां दे अगे जिहड़े हुंदे, इन्हां दे मुंशी ने खतरी, ਉਹ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਨੇ, ਛੁਰੀ ਚਲਾਉਂਦੇ ਨੇ, ਔਰ ਉਹਨਾਂ ਨੇ ਵੀ ਗਲੇ 'ਚ ਜਨੇਊ ਪਾਏ ਹੋਏ ਨੇ। ਫਿਰ ਇਹਨਾਂ ਖੱਤਰੀਆਂ ਦੇ ਘਰ ਫਿਰ ਬ੍ਰਾਹਮਣ ਜਾ ਕੇ ਭੋਜਨ ਛਕਦੇ ਨੇ, ਔਰ ਉਹ ਵੀ ਫਿਰ ਭੋਜਨ ਉਹੀ ਹੋ ਗਿਆ ਜਿਹੜਾ ਖੱਤਰੀ ਕਮਾ ਕੇ ਲੈ ਕੇ ਆ ਰਹੇ ਨੇ ਜਿਸ ਤਰੀਕੇ ਦੇ ਨਾਲ। कि गुरु नानक कहते हैं कि ये सब कूड़ है, शर्म धर्म का डेरा दूर, हक पराया नानका उस सूर उस गाय। गुरु पीर यहाँ ता परे जहां मुर्दार ना खाए। सरेआम धार्मिक अगुआं नूं चेतावनी दी, फिटकार पाई, कादी कूड़ बोलमल खाए, ब्राह्मण नावे जिया काए, जोगी जुगत ना जाने अंध, तीने उजाड़े का बंध। आत्मक जीवन वालों तीनों दे तीनों ही उजाड़ ने। भावें अपने आप को धार्मिक नेता कह रहे ने, धार्मिक आगू कह रहे ने, पंडित ते काजी ते जोगी। हुण जर्नी इथों शुरू होंदी है, यात्रा इथों शुरू होंदी है कि किस तरीके दे नाल आम जनता नूं इन्हां आगुआं दे, धार्मिक आगुआं दे कर्म कांडां ते भरमां तो छुटकारा दिलवाया जाए, और जिहड़े राजे शासक लोकां दा खून पी रहे ने उन्हां तो इन्हां दा छुटकारा दिलवाया जाए, ताकि ये भी अपने हत्थ दे विच शस्त्र चुक के अपने आप नूं बचा सकन और मजलूमां नूं बचा सकन। एक ऐसा इंसान जो पै काहू को देत न है, नह पै मानत आन। एक ऐसा इंसान ना को बैरी नहीं बिगाना, सगल संग हमको बनाई। ਇਹਦੇ ਵਿੱਚ सिर्फ 2-3 लाइनां ਦੇ ਵਿੱਚ मैं ये दसांगा कि बाकी ਦੇ गुरुआं ने ਇਹਦੇ ਵਿੱਚ ਕੀ जोग पाया। दूजे गुरु अंगद पातशाह ने सेवा का कंसैप्ट, तीजे पातशाह गुरु अमरदास जी ने लंगर, जिहदे नाल इक्वैलिटी, सब बराबर इकट्ठे बैठ के, ह्यूमिलिटी। पंजवें गुरु अर्जन देव जी की शहादत, ते 6वें गुरु हरगोबिंद साहब जी का मेरी और पीरी दी कृपाना पाउणियां। थोड़ी देर इत्थे मैं थोड़ा रुकांगा कि गुरु हरगोबिंद साहब ने मेरी और पीरी दी कृपाना पाइयां, उन्होंने एक दिन दे विच पा नहीं लिया। उन्होंने छोटे हुंदियां नूं शस्त्र विद्या सिखाई गई, और सिखाने वाले कौन सी? बाबा बुड्ढा जी। और बाबा बुड्ढा जी गुरु नानक के टाइम तो नहीं, और बाबा बुड्ढा जी जिहड़े कि हुण टीचर बन गए ने, गुरु हरगोबिंद साहब नूं ट्रेन कर रहे ने, उन्हां दी ट्रेनिंग कदों शुरू हुई होगी अपनी? इसका मतलब कि उन्हां दी ट्रेनिंग गुरु नानक के टाइम पे शुरू हो गई थी, और इस वक्त वो ट्रेन हो चुके सी कि उन्होंने गुरु हरगोबिंद साहब को ट्रेन किया। इतों थोड़ा जिहा ये दिमाग से गल होंदी है कि गुरु नानक शांति के पुंज नहीं, गुरु नानक ने जी लड़ाई सी शुरू की हुई सी, और जी फौज गुरु हरगोबिंद साहब ने तैयार की, तो वो सिख एक दिन के फौज के तैयार हो नहीं गए। इसका मतलब कि उन्होंने भी ट्रेनिंग दी जा रही सी पहला ही।
ਔਰ ਉਹ ਤਿਆਰ ਬਰ ਤਿਆਰ ਸੀਗੇ। ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਕੁਰਬਾਨੀ ਦਿੱਤੀ। ਜ਼ਿਆਦਾਤਰ ਉਹਨਾਂ 'ਚ ਹੁੰਦਾ ਆ, ਕਹਿਣ 'ਚ ਹੁੰਦਾ ਕਿ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਕਿ ਹਰ ਇੱਕ ਇਨਸਾਨ ਨੂੰ ਆਪਣਾ ਧਰਮ, ਜੋ ਵੀ ਉਹਦਾ ਹੈ ਧਰਮ, ਉਹਦੇ ਮੁਤਾਬਕ ਚੱਲਣ ਦਾ ਅਧਿਕਾਰ ਹੈ। ਕੋਈ ਉਹਨਾਂ ਨੂੰ ਇਸ ਅਧਿਕਾਰ ਤੋਂ ਵਾਂਝੇ ਨਹੀਂ ਕਰ ਸਕਦਾ। ਇਸ ਚੀਜ਼ ਦੇ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਹੁਣ ਅਸੀਂ ਆਉਂਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ। ਉਹਨਾਂ ਨੇ ਵਿਸਾਖੀ ਵਾਲੇ ਦਿਨ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਗਟ ਦਿਵਸ ਹੈ, ਉਸ ਦਿਨ ਖਾਲਸਾ ਪ੍ਰਗਟ ਕੀਤਾ ਔਰ 5 ਪਿਆਰਿਆਂ ਦੀ ਸਿਲੈਕਸ਼ਨ ਕੀਤੀ। ਇੱਥੇ ਮੈਂ ਥੋੜਾ ਧਿਆਨ ਦੇਣ ਵਾਲੀ ਗੱਲ ਅੱਗੇ ਸ਼ੁਰੂ ਹੁਣ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਦੇ 5 ਪਿਆਰੇ ਦੀ ਸਿਲੈਕਸ਼ਨ ਕਿੱਦਾਂ ਹੋਈ। ਜਿਹੜੀ ਆਮ ਪ੍ਰਚਲਿਤ ਕਹਾਣੀਆਂ ਨੇ ਉਹ ਇਹ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਕੱਢੀ, ਸਿਰ ਮੰਗਿਆ, ਪਿੱਛੇ ਟੈਂਟ 'ਚ ਗਏ, ਵਾਪਸ ਆ ਗਏ, ਖੂਨ ਨਾਲ ਭਰੀ ਹੋਈ ਕਿਰਪਾਨ, ਫਿਰ ਸਿਰ ਮੰਗਿਆ। ਕੁਝ ਕਹਿੰਦੇ ਨੇ ਕਿ ਪਿੱਛੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਸਿੱਖਾਂ ਦੇ ਸਿਰ ਕੱਟੇ ਤੇ ਬਾਅਦ ਉਹ ਸੀ ਦਿੱਤੇ। ਕੁਝ ਕਹਿੰਦੇ ਨੇ ਕਿ ਬਾਹਰ ਉਹਨਾਂ ਨੇ ਬੱਕਰੇ ਝਟਕਾਏ ਉੱਥੇ ਟੈਂਟ ਦੇ ਵਿੱਚ, ਔਰ ਕੁਝ ਇਹ ਕਹਿੰਦੇ ਨੇ ਕਿ ਗੁਰੂ ਦੀਆਂ ਗੱਲਾਂ ਗੁਰੂ ਹੀ ਜਾਣੇ, ਸਾਨੂੰ ਇਸ ਚੀਜ਼ ਦੇ ਬਾਰੇ ਬਹੁਤੀ ਬਹਿਸ ਕਰਨ ਦੀ ਲੋੜ ਨਹੀਂ। ਇਹਦੇ ਉੱਪਰ ਮੈਂ ਐਂਡ ਦੇ ਵਿੱਚ ਜਦੋਂ ਮੈਂ ਕਨਕਲੂਜਨ ਦੇਵਾਂਗਾ ਉਸ ਵਕਤ ਦੁਬਾਰਾ ਆਵਾਂਗਾ ਇਸ ਚੀਜ਼ ਦੇ ਉੱਪਰ। ਇਸ ਵਕਤ ਮੈਂ ਇਹਦੇ ਅਧਿਆਤਮਕ ਪੱਖ ਤੇ ਹੋਣਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਸਿਰ ਮੰਗਿਆ। ਇਹ ਪਹਿਲੀ ਵਾਰੀ ਨਹੀਂ ਕਿ ਕਿਸੇ ਗੁਰੂ ਨੇ ਸਿੱਖ ਦੇ ਕੋਲੋਂ ਸਿਰ ਮੰਗਿਆ ਹੋਵੇ। ਗੁਰੂ ਨਾਨਕ ਪਹਿਲਾਂ ਸਿੱਖ ਦੇ ਕੋਲੋਂ ਸਿਰ ਮੰਗ ਚੁੱਕੇ ਨੇ। 1412 ਪਰ ਜਾਓ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਤਾਂ ਸਿਰ ਮੰਗਿਆ ਉਹਨਾਂ ਨੇ ਮੇਰਾ ਇਹ ਫਿਜ਼ੀਕਲ ਸਿਰ, ਇਹਨੂੰ ਮੈਂ ਕੱਟ ਦਿੱਤਾ ਤਾਂ ਤਲੀ ਉੱਪਰ ਤਾਂ ਮੈਂ ਰੱਖ ਨਹੀਂ ਸਕਦਾ। ਜੇ ਮੈਂ ਮੰਨ ਲਿਓ ਕਿ ਕਿਸੇ ਤਰੀਕੇ ਨਾਲ ਏਦਾਂ ਕੱਟ ਲਿਆ ਕਿ ਉਹ ਮੇਰੀ ਤਲੀ ਉੱਪਰ ਆ ਗਿਆ, ਪਰ ਮੈਂ ਤਾਂ ਮਰ ਗਿਆ, ਉਸ ਵੇਲੇ ਮੈਂ ਡਿੱਗ ਪਿਆ ਤੇ ਮਾਰਗ ਪੈਰ ਤਰੀਜੀ ਤਾਂ ਹੋ ਹੀ ਨਹੀਂ ਸਕਿਆ। ਉਸ ਮਾਰਗ ਦੇ ਉੱਪਰ ਤਾਂ ਮੈਂ ਚੱਲ ਹੀ ਨਹੀਂ ਸਕਦਾ, ਪੈਰ ਪਾ ਹੀ ਨਹੀਂ ਸਕਦਾ, ਕਿਉਂਕਿ ਮੈਂ ਤਾਂ ਮਰ ਗਿਆ। ਗੁਰੂ ਨਾਨਕ ਨੇ ਇੱਥੇ ਸਿਰ ਮੰਗਿਆ ਮੇਰੀ ਹਉਮੈ, ਮੇਰਾ ਮਨ, ਉਸ ਸਿਰ ਨੂੰ ਮੰਗਿਆ ਉਹਨਾਂ ਨੇ। ਸਾਧੋ ਮਨ ਕਾ ਮਾਨ ਤਿਆਗੋ, ਮਨ ਦਾ ਮਾਨ ਮੰਗਿਆ। ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਵਿਦ ਗਤ ਹੋਈ। ਹਉਮੈ ਮੰਗੀ ਮੇਰੀ, ਮੇਰੇ ਜਿਹੜੇ ਸਿਰ ਦੇ ਵਿੱਚ ਹਉਮੈ ਆ, ਜਿਹਦੀ ਮੈਂ ਆ, ਉਹ ਮੰਗੀ ਉਹਨਾਂ ਨੇ। ਫਿਜ਼ੀਕਲ ਸਿਰ ਨਹੀਂ ਮੰਗਿਆ। ਗੁਰੂ ਗੋਬਿੰਦ ਸਿੰਘ ਨੇ ਉਸ ਵਕਤ ਸਿੰਘਾਂ ਦੇ ਕੋਲੋਂ ਹਉਮੈ ਮੰਗੀ, ਫਿਜ਼ੀਕਲ ਸਿਰ ਨਹੀਂ ਮੰਗਿਆ। ਇਹ ਸਿਰ ਪਹਿਲਾਂ ਵੀ ਗੁਰੂ ਮੰਗ ਚੁੱਕੇ ਨੇ। 5ਵੇਂ ਪਾਤਸ਼ਾਹ ਨੇ ਵੀ ਕਿਹਾ ਹੈ, ਸ਼ਲੋਕ ਮਹਿਲਾ 5ਵਾਂ 1102 ਅੰਕਰ। ਪਹਿਲਾ ਮਰਨ ਕਬੂਲ, जीवन की छड़ आस, हो सबना की रेव का, तो आओ हमारे पास। ये फिजिकल जीवन ਨੂੰ ਛੱਡਣ ਦੀ ਆਸ ਨਹੀਂ ਕੀ, ਇਹ ਤਾਂ ਫਿਰ ਹੋ ਗਿਆ ਡਿਪਰੈਸ਼ਨ ਦਾ ਬੰਦਾ ਹੋ ਗਿਆ ਕਿ ਮੈਨੂੰ ਉਹਦੇ ਸੁਸਾਈਡ ਕਰਨਾ ਹੈ। ਇਹ ਤ੍ਰਿਸ਼ਨਾ ਵਾਲੇ ਜੀਵਨ ਨੂੰ ਛੱਡ ਕੇ ਤ੍ਰਿਸ਼ਨਾ ਤੋਂ ਮਰਨਾ ਪਹਿਲਾਂ ਕਬੂਲ ਕਰ ਤੇ ਸਪਨਾ ਦੀ ਰੇਣੂਕਾ ਹੋ, ਨਿਮਾਣਾ ਹੋ, ਹੰਬਲ ਆਫ ਦਾ ਹੰਬਲੈਸਟ, ਫਿਰ ਮੇਰੇ ਪਾਸ ਆਓ। ਇਹ ਮਰਨਾ ਕਬੂਲ ਮੰਗਿਆ ਗੁਰੂ ਗੋਬਿੰਦ ਸਿੰਘ ਨੇ ਉਸ ਦਿਨ ਕਿ ਮੇਰੇ ਕੋਲ ਆਉਣਾ ਤੇ ਏਦਾਂ ਨਿਮਾਣਾ ਹੋ ਕੇ ਆਓ। ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸੀ ਕਿ ਜੇ ਸਿੱਖ
ਉੱਚੀ ਜਾਤੀ ਦੇ ਲੋਕਾਂ ਤੋਂ, ਧਰਮ ਦੇ ਆਗੂਆਂ ਤੋਂ, ਜ਼ਾਲਮ ਸ਼ਾਸਕਾਂ ਦੀ ਅਧੀਨਤਾ ਤੋਂ ਆਜ਼ਾਦ ਹੋਣਾ ਚਾਹੁੰਦੇ ਨੇ, ਤਾਂ ਉਹਨਾਂ ਲਈ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਚਰਿੱਤਰ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਇਹ ਬਲੀਦਾਨ ਵਜੋਂ ਆਪਣੇ ਆਪ ਨੂੰ, ਸਿਰ ਨੂੰ ਸੱਚੀ ਭੇਟ ਮੰਗੀ ਗੁਰੂ ਗੋਬਿੰਦ ਸਿੰਘ ਨੇ ਉਸ ਦਿਨ। ਫਿਜ਼ੀਕਲ ਸਿਰ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਚੀਜ਼ ਮੰਗਿਆ ਤਾਂ ਜੋ ਸਮਝ ਗਏ ਕਿ ਗੁਰੂ ਕਿਹੜਾ ਸਿਰ ਮੰਗ ਰਿਹਾ ਵਾ, ਜਿਹੜੇ ਗੁਰੂ ਨਾਨਕ ਦੀ ਬਾਣੀ ਤੋਂ ਜਾਣੂ ਸੀ, ਜਿਹੜੇ ਉਸ ਮਾਰਗ ਉੱਪਰ ਚੱਲ ਰਹੇ ਸੀ, ਉਹ ਅੱਗੇ ਆਏ। ਉਹਨਾਂ ਨੇ ਆਪਣਾ ਆਪ ਨੂੰ ਭੇਟ ਕੀਤਾ। ਜਿਹੜੇ ਨਹੀਂ ਸਮਝੇ, ਹਜ਼ਾਰਾਂ ਦੀ ਤਾਦਾਦ ਬੈਠੇ, ਉਹ ਅੱਗੇ ਨਹੀਂ ਆਏ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਤੇ ਉਹ ਸਿੱਖ ਸੀਗੇ। ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ, ਕਿਹਨਾਂ ਦੀ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਇਹ ਜਿਹੜੇ ਪੰਜ ਪਿਆਰੇ ਸੀਗੇ, ਇਹ ਉਹ ਸਿੱਖ ਸੀਗੇ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸੁਣਿਆ, ਮੰਨਿਆ, ਸਤ ਸਤ ਕਰਕੇ ਮੰਨਿਆ। ਉਹਨਾਂ ਨੇ ਅੱਗੇ ਆ ਕੇ ਆਪਣੇ ਸੀਸ ਭੇਟ ਕੀਤੇ, ਆਪਣੇ ਹਉਮੈ ਭੇਟ ਕੀਤੀ, ਆਪਣਾ ਮਾਣ ਭੇਟ ਕੀਤਾ। ਤੇ ਉਹਦੇ ਬਾਅਦ ਫਿਰ ਉਹ ਸਬਦਾਂ ਕੀ ਰੇਣੂਕਾ ਬਣ ਕੇ ਗੁਰੂ ਦੇ ਕੋਲ ਆਏ। ਇਹ ਸੀਸ ਗੁਰੂ ਗੋਬਿੰਦ ਸਿੰਘ ਨੇ ਉਹ ਦਿਨ ਮੰਗੇ। ਔਰ ਗੁਰੂ ਜਦੋਂ ਖਾਲਸਾ ਪ੍ਰਗਟ ਹੋਇਆ, ਜਿਹਨੂੰ ਖਾਲਸਾ ਕਹਿੰਦੇ ਨੇ, ਉਹਦਾ ਕਨੈਕਸ਼ਨ ਸਿੱਧਾ ਅਕਾਲ ਪੁਰਖ ਦੇ ਨਾਲ ਵਾ, ਵਿਚਕਾਰ ਕੋਈ ਨਹੀਂ। ਤੇ ਖਾਲਸਾ ਜੇ ਡਾਇਰੈਕਟ ਕੰਟੈਕਟ ਹੋਣਾ ਵਾ ਅਕਾਲ ਪੁਰਖ ਦੇ ਨਾਲ, ਤਾਂ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਏ। ਸਾਰਾ ਕੁਝ ਅਰਪਣ ਕਰਨਾ ਪੈਂਦਾ ਹੈ। ਇਹ ਅਰਪਣ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਉਸ ਦਿਨ ਆਵਾਜ਼ ਚੁੱਕੀ। 647 ਅੰਕ ਉੱਪਰ ਸ਼ਲੋਕ ਮਹਿਲਾ ਤੀਜਾ। ਹਸਤੀ ਸਿਰ ਜਿਉ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਇਹ ਮਨ ਔਰ ਤਨ ਗੁਰੂ ਗੋਬਿੰਦ ਸਿੰਘ ਉਸ ਦਿਨ ਮੰਗਿਆ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੂਝੀਐ, ਜਾਂ ਆਪੇ ਨਦਰ ਕਰੇ। ਹੁਣ ਉਹਨਾਂ ਪੰਜ ਪਿਆਰਿਆਂ ਨੂੰ ਪੂਰੀ ਸ੍ਰਿਸ਼ਟੀ ਦਾ ਰਾਜ ਮਿਲ ਗਿਆ। ਹੁਣ ਇਹ ਫਿਜ਼ੀਕਲ ਸ੍ਰਿਸ਼ਟੀ ਦਾ ਰਾਜ ਨਹੀਂ, ਇਸ ਫਿਜ਼ੀਕਲ ਸ੍ਰਿਸ਼ਟੀ ਦਾ ਰਾਜ ਨਹੀਂ ਮਿਲਿਆ। ਇੱਕ ਮੇਰਾ ਰਾਜ ਆਪਣਾ ਹੈ ਮੇਰੇ ਮਨ ਦਾ। ਕਹਿੰਦੇ ਮੇਰਾ ਮਨ ਜੋਗੀ ਆ, ਮਨ ਜੋਗੀ ਮਨ ਭੋਗੀ ਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸ੍ਰੀ ਗੁਰ ਕਰਤਾਰ। ਮੇਰੇ ਮਨ ਦੇ ਸਾਰੇ ਪੰਜ ਵਾਰ ਸੁਖ ਪਾਇਆ, ਐਸਾ ਬ੍ਰਹਮ ਵਿਚਾਰ। ਜਦੋਂ ਕੋਈ ਮਨੁੱਖ ਗੁਰੂ ਦੇ ਆਤਮਿਕ ਗਿਆਨ ਨੂੰ ਧਾਰਨ ਕਰਦਾ ਆ, ਦੈਟ ਇਜ਼ ਗੁਰਮੁਖ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਆਤਮਿਕ ਗਿਆਨ ਨੂੰ, ਤਾਂ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ। ਜਦੋਂ ਚਰਿੱਤਰ ਦਾ ਪੂਰਾ ਵਿਕਾਸ ਹੋ ਗਿਆ, ਤਾਂ ਪਰਮਾਤਮਾ ਆਪਣੇ ਆਪ ਹੀ ਉਹਨਾਂ ਦੇ ਜੀਵਨ ਦੇ ਵਿੱਚ ਆਨੰਦਮਈ ਅਵਸਥਾ ਪੈਦਾ ਕਰ ਦਿੰਦਾ ਆ। ਇਹ ਹੈ ਰਾਜ ਸ੍ਰਿਸ਼ਟ ਕਾਲ ਲਈ। ਇਹ ਉਹਨਾਂ ਪੰਜ ਪਿਆਰਿਆਂ ਨੇ ਉਸ ਅਵਸਥਾ ਤੇ ਪਹੁੰਚੇ। ਕਾਇਆ ਨਗਰੀ ਇਹ ਮਨ ਰਾਜਾ, ਪੰਜ ਵਸੇ ਵਿਚਾਰੀ। ਜਿਹੜੀ ਨਗਰੀ ਆ, ਇਹ ਮੇਰੀ ਕਾਇਆ ਵਾ, ਇਹਦਾ ਕਰੋ, ਇਹਦਾ ਰਾਜ ਚਾਹੀਦਾ ਆ। ਔਰ ਗੁਰੂ ਦਾ ਅਧਿਆਤਮਕ ਲੈ ਕੇ, ਗਿਆਨ ਲੈ ਕੇ ਇਹ ਰਾਜ ਮਿਲਿਆ। ਤੇ ਉਸ ਅਵਸਥਾ ਦੇ ਵਿੱਚ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪੀੜ ਚਰਨ ਕਮਲਾਰੇ, ਸੁਖ ਦੁਖ ਦੋਨੋਂ ਸਮਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, तीन जग तत् पछाना। और ये पहली बारी नहीं होया कि सिखा ने अपना शीश भेंट किया होवे। शीश भेंट पहला भी होए ने गुरु गोबिंद सिंह के मंगल तो पहला भी। 38 अंक ऊपर मन तन अर्पी
सिर देई तिन के लागा पाए। मैं अपना सिर पेटा करता आ, सिर च किया अपना मन। हाउ सिर अर्पी तिस मीत प्यारे, जो प्रभ दे संदेशा। सिर पहला भी अर्प होए ने, मंत्र पहला भी अर्प होए ने। जो गुरु गोबिंद सिंह ने मंगे उस दिन, ਜਿਹੜੇ इस गल समझते थे, उन्होंने फिर अर्प कर दिते। गुरु गोबिंद सिंह ने फिर उस दिन खंडे बाटे की पौल दे के खालसा प्रगट किया। खालसा प्रगट किया, प्रगट चीज वो होंगी आ जिहड़ी पहला सीगी पर पता नहीं सीगी। खालसाई गुण, सच्चार सिख, सच्चार मनुख के गुण साडे सारिਆਂ ਦੇ ਵਿੱਚ ਹੈਗੇ ਆ, पर ਅਸੀਂ ਉਹਨੂੰ प्रगट नहीं कर सके। उस दिन पंज प्यारिਆਂ ने अपने अंदर प्रगट हो गए और वो खालसे बन गए, जिन्होंने भगत कबीर पहला ही डेफिनेशन दे चुके सी। 654 पर वेद पुराण सब है मत सुन के, करी कर्म की आशा, काल ग्रस्त सब लोग सियाने, उठ पंडित पै चले निराशा। मन रे सरियो ना एक काजा, भजियो ना रघुपत राजा, रहाओ बन खंड जाए, जोग तप कीनो कंद मूल चुन खाया। नादी वेदी शब्दी मोनी जम के पटे लिखाया, भगत नारदी विदे न आई, काज कूच तन दीना, राग रागनी टिबोहे बैठा, ऊन हरप है क्या लीना। परियो काल सब है जग ऊपर मह, लिखे ब्रह्म ज्ञानी, कहो कबीर जन भय खालसे, प्रेम भगत जह जानी। जिन्हें प्रेम भक्ति, प्रेम की भक्ति की, अकाल पुरख दे नाल सीधे डायरैक्ट खालसे वो जुड़े। उपर दसे जिन्ने कर्म कांड सीगे, भगत कबीर कहते ये नाल कुछ नहीं होना। और इसे चीज नूं अमृत कीर्तन गुटके दे विच 291 पर पूर्ण जोत जगह घट में, तब खालस ताहे दा खालस चाहने। जिहड़ा मन सीगा, मन तो जोत स्वरूप है, अपना मूल पछाण हो गया। जागत जोत जपै निस्बासर, एक बिना मन नैक ना आने, पूर्ण प्रेम प्रतीत सजै। उसे प्रेम की गल आ गई जो भगत कबीर कह रहे थे। व्रत गोर मड़ी मट भूल ना माने, तीर्थ दान दया तप संजम, एक बिना न एक पछाने। वही कर्म कांडा की गल इत्थे फिर आ गई कि जिहड़ा इस कर्म कांडा के कूड़ तो दूर वा, अकाल पुरख दे नाल प्रेम है डायरैक्ट, वो ही अपने अंदर खालसा प्रगट कर सकता है। और पंज प्यारे ने उस दिन अपने अंदर खालसा प्रगट किया, अपनी हौमे दे के, हो सबना की रेणुका बन के। हुण दोबारा असीं आइए उस गल उपर जिहड़ियां प्रचलित कहानियां ने कि गुरु गोबिंद सिंह ने पता नहीं अंदर बकरे झटकाए कि सिखां नूं सिर कट के दोबारा सी दिते। गुरु दी रमजां गुरु ही जाने, असीं क्यों बिना गल तो इन्हां चक्करां च पईए। गुरु जिहड़ा वा वो कदे किसी दे कोलों कोई चीज छुपाउंदा नहीं। गुरु नानक तो लैके गुरु गोबिंद सिंह तक किसी गुरु ने सिख दे कोलों कदे कोई चीज छुपाई नहीं। साची रास सच्चा व्यापार, साची बाणी सच वखाणे, सच नाम दिवलाई, सब कुछ सच है। सतगुर साची सिख सुनाई। कदे गुरु ने कदे कोई सिख दे कोलों कोई गल छुपाई नहीं। गुरु ने कोई बकरे नहीं झटकाए, गुरु ने कोई सिखां दे सिर कट के दोबारा नहीं सीते। मैं इत्थे हाथ जोड़ के माफी मंगण लावां पहला ही किसी के धार्मिक भावनावां नूं ठेस पहुंची होवे।
कि मैं ਜਿਹੜੀਆਂ ਪ੍ਰਚਲਿਤ ਕਹਾਣੀਆਂ ਨੇ ਉਹਨਾਂ ਦੇ ਖਿਲਾਫ ਬੋਲ ਰਿਹਾ ਵਾਂ, ਪਰ ਜੋ ਮੇਰੇ ਹਿਸਾਬ ਦੇ ਨਾਲ ਜਿੰਨੀ ਕੁ ਮੱਤ ਮੈਨੂੰ ਗੁਰੂ ਨੇ ਬਖਸ਼ੀ ਹੈ ਉਹਦੇ ਮੁਤਾਬਕ ਜੋ ਮੈਂ ਗੁਰਬਾਣੀ ਪੜ੍ਹੀ ਹੈ ਉਹ ਮੈਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ कि गुरु ने हो सबना की रेणुका तो आओ हमारे पास वाली गल की सी, निमाणे होके मेरे को आओ। गुरु ने उस दिन सिखां दे कोलों उन्हां दा होमे मंगी सी, फिजिकल सिर नहीं सी मंगे। अमृत पिलाया, खंडे बाटे की पाहुल, उहदे नाल आत्म सम्मान आया, बहादुरी आई। वो लोग जिन्हों ने कदे हथियार नहीं चुके तो जुल्म सहारते रहे, हुण खंडे बाटे की पौड़ छक के उन्होंने स्वैमान नाल चूड़ा सिख लिया। उन्होंने हाकमां ते जुल्म का टाकरा करने लई हथियार चुक ले, दबे कुचले होने तो मजलूमां दे रखे बन गए। ते हुण गुरु गोबिंद सिंह ने खुद खंडे बाटे की पहुल लैके ये दुनिया नूं दस दिता, सिखां नूं दस दिता कि मैं सिर्फ तुहाडा ही सिर नहीं मंगदा पिया, मैं अपना सिर, अपना होमे भी तुहाडे सामने पेश कर रहा वा, और मैं खुद भी हो सबना की रेणुका तो आओ हमारे पास वाला वा, मैं भी निमाणिया दा निमाण आया। उसके बाद सिंह और कौर साडे नाम दे नाल जुड़े। इस दे नाल गुरु नानक ने जो यात्रा आरंभी सी, एक सचियार सिख जिहड़ा कुड़ियार तो दूर होवे, उसनूं गुरु गोबिंद सिंह ने और गुरु नानक जिहड़ा सिर मंगिया सीगा, वही सिर गुरु नानक के प्रकाश उत्सव वाले दिन मंग के एक सचियार सिख, सचियार मनुख, खालसा, संत सिपाही में प्रगट किया। वो जिहड़ी यात्रा गुरु नानक ने शुरू की सी उन्होंने संपूर्ण किया। इन्ने दे नाल मैं हथ जोड़ के खिमादा जाचक हाँ कि जे मैं किसी की धार्मिक भावनावां नूं ठेस पहुंचाई होवे कि गुरु गोबिंद सिंह ने उस दिन सिर नहीं सी कट्टे, बकरे नहीं सी झटकाए, जो इस चीज़ नूं मनदे आ, मैं उन्होंने कोलों हथ जोड़ के माफी मंगदा आ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। थैंक यू डॉक्टर साहब, बहुत वधिया तुसी प्रेजेंट कीता और बहुत कई चीज़ां बड़ियां क्लीयर है, स्पैशली क्वेश्चन आंसर चलन तो पहला कई बार मैनू थोड़ा जा टाइम नहीं मिलता। मैं एक तुसी रेवोल्यूशन की गल की थी कि राइटर्स की रेवोल्यूशन ते वैपन्स की रेवोल्यूशन, ते कि इन्हां दे विच जिहड़ा पहला जिहड़ा पॉइंट तुसी रेज कीता, रेवोल्यूशन दा बेसिस जिहड़ा है वो ज्ञान ते एजुकेशन नहीं बनदा दोनों दे विच, और ये जिहड़ी इंपॉर्टेंस है बेसिस ऑफ एजुकेशन और ज्ञान ते उहदा, ते हुण दे संदर्भ विच असी ये ज्ञान ते एजुकेशन नूं विचों कड्ढी जाने पे हां। असी कर दिता ते असी फिर रेवोल्यूशनरी किद्दां रवांगे, असी किस तरीके नाल आवांगे। दूजा इहदे नाल ही रिलेटेड कि जिहड़ा जस्टिस ब्राइब ते डिपेंड होए वो जस्टिस किद्दां हो सकदा, वो तां जस्टिस हो ही नहीं सकदा। ते जे जस्टिस उस वेले भावें मुल्ले करते सी ते भावें पंडित करते सी, जे जस्टिस ब्राइब ते बेस हो गया तो इट इज नॉट ए जस्टिस, इट इज जस्ट ए प्रोफेशनल ट्रीटमेंट, एंड दैट इज व्हाट इट इज गोइंग ऑन राइट नाउ आल्सो। तीसरा जिहड़ा करेज कितों आ रही है, गुरु महाराज कोल करेज सीगी टू स्टैंड अगेंस्ट, साडे विच ये चीज मिसिंग क्यों हो रही है, और असी एक करेज ऑफ फियरलैस और फियरफुल असी क्यों, एक करेज कितों, केड़ी चीज है जिहड़ी वो करेज डेवलप करके रेवोल्यूशन लियांदी है। सो 3 सवाल तां मेरे हैगे आ, फिर उस तो बाद अगे मैं सॉरी
ਮੈਂ ਲੋਕ ਸਾਰਿਆਂ ਨਾਲੋਂ ਪਹਿਲੇ ਪ੍ਰੈਫਰੈਂਸ ਲੈ ਲਈ ਕਿਉਂਕਿ ਮੇਰੇ ਕੁਐਸਚਨ ਹਮੇਸ਼ਾ ਹੀ ਰਹਿ ਜਾਂਦੇ ਆ ਦੇਖੋ ਇਸ ਕਰਕੇ। ਦੇਖੋ ਜੀ, ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਥੋੜਾ ਜਿਹਾ ਕੱਟ ਦਿੱਤਾ ਸੀ ਅਸਲ ਦੇ ਵਿੱਚ ਕਿ ਜੋ ਹਾਲਾਤ ਉਸ ਵਕਤ ਸੀਗੇ ਸੇਮ ਹਾਲਾਤ ਅੱਜ ਵੀ ਚੱਲ ਰਹੇ ਨੇ, ਇਸ ਵਕਤ ਵੀ ਚੱਲ ਰਹੇ ਨੇ। ਔਰ ਗੁਰੂ ਨਾਨਕ ਨੇ ਲੋਕਾਂ ਨੂੰ ਨੌਲੇਜ ਦੇਣ ਦੇ ਵਾਸਤੇ ਬ੍ਰਾਹਮਣ ਕੀਤਾ, ਨੌਲੇਜ ਦਿੱਤੀ, ਨੌਲੇਜ। ਔਰ ਅੱਜ ਸਾਡੇ ਵਿੱਚ ਉਹ ਨੌਲੇਜ, ਤੁਸੀਂ ਖੁਦ ਕਹਿ ਰਹੇ ਹੋ ਕਿ ਸਾਡੇ ਵਿੱਚ ਅੱਜ ਨੌਲੇਜ ਹੈ ਨਹੀਂ ਹੋ। ਔਰ ਜੋ ਉਸ ਵਕਤ ਕਰਮ ਕਾਂਡ ਚੱਲਦੇ ਪਏ ਸੀਗੇ, ਉਹ ਕਰਮ ਕਾਂਡ ਅੱਜ ਸਾਡੇ ਵਿੱਚ ਵੀ ਚੱਲ ਰਹੇ ਨੇ। ਅੱਜ ਹੀ ਮੇਰੀ ਕਿਸੇ ਨਾਲ ਡਿਸਕਸ਼ਨ ਹੋ ਰਹੀ ਸੀਗੀ ਇਸ ਚੀਜ਼ ਦੇ ਬਾਰੇ ਕਿ ਜੋ ਕੁਝ ਵੀ ਕੰਮ ਮੰਦਿਰਾਂ ਦੇ ਵਿੱਚ ਚੱਲਦੇ ਸੀਗੇ ਉਹ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਚੱਲਦੇ ਪਏ ਨੇ। ਸਿਰਫ ਅਸੀਂ, ਮੈਨੂੰ ਗੱਲ ਕਿਸੇ ਨੇ ਇਹ ਕਹੀ ਸੀਗੀ ਕਿ ਹਿੰਦੂ ਕਹਿੰਦੇ ਨੇ ਕਿ ਅਸੀਂ ਕੇਸਾਧਾਰੀ ਹਿੰਦੂ ਆ ਤੇ ਇਹਦੇ ਬਾਰੇ ਕੁਝ ਲਿਖੋ। ਤੇ ਮੈਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਖੁਦ ਮੰਨਦਾ ਕਿ ਅਸੀਂ ਕੇਸਾਧਾਰੀ ਹਿੰਦੂ ਆ, ਮੈਂ ਇਹਦੇ ਖਿਲਾਫ ਕੀ ਲਿਖਾਂ ਕਿ ਅਸੀਂ ਸਾਰੇ ਕੰਮ ਉਹੀ ਕਰਦੇ ਪਏ ਹਾਂ ਜੋ ਹਿੰਦੂ ਕਰਦੇ ਪਏ ਨੇ, ਸਿਰਫ ਅਸੀਂ ਥੋੜਾ ਨਾਮ ਬਦਲ ਦਿੱਤੇ ਨੇ, ਬਸ ਹੋਰ ਕੁਝ ਨਹੀਂ ਹੋ। ਤੇ ਨੌਲੇਜ ਦੀ ਸਾਨੂੰ ਜ਼ਰੂਰਤ ਹੈ, ਨੌਲੇਜ ਅੱਜ ਕੱਲ੍ਹ ਹੈ ਨਹੀਂ। ਔਰ ਜਿੱਥੇ ਸਾਨੂੰ ਸਿੱਖਿਆ ਮਿਲਣੀ ਚਾਹੀਦੀ ਸੀਗੀ, ਸਾਡੀ ਜਿਹੜੀ ਸੁਪਰੀਮ ਅਥਾਰਟੀ ਹੈਗੀ ਹੈ, ਸੋ ਕਾਲਡ ਸੁਪਰੀਮ ਅਥਾਰਟੀ, ਉਹ ਉੱਥੇ ਖੁਦ ਉਹੀ ਕਰਮਕਾਂਡ ਚੱਲ ਰਹੇ ਨੇ ਜਿਹਨਾਂ ਨੇ ਸਾਨੂੰ ਸੇਧ ਦੇਣੀ ਸੀਗੀ। ਤੇ ਇਸ ਵਕਤ ਵੀ ਆਰ ਆਲ ਔਨ ਆਵਰ ਸੈਲਫਸ ਕਿ ਅਸੀਂ ਆਪਣੇ ਆਪ ਪੜ੍ਹ ਕੇ ਨੌਲੇਜ ਲਈਏ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੇ ਵੈਬੀਨਾਰ ਚੱਲ ਰਹੇ ਨੇ ਇਹਨਾਂ ਦੇ ਥਰੂ ਨੌਲੇਜ ਲਈਏ। ਅਦਰਵਾਈਜ਼ ਹੋਰ ਤੱਕ ਤਾਂ ਨੌਲੇਜ ਮਿਲਣ ਦਾ ਕੋਈ ਚਾਂਸ ਹੈ ਨਹੀਂ। ਠੀਕ ਹੈ, ਹਾਂਜੀ। ਸਰਦਾਰ ਗੁਰਚਰਨ ਸਿੰਘ ਜੀ, ਤੁਸੀਂ ਅਨਮਿਊਟ ਕਰਕੇ ਕੁਐਸਚਨ ਹੈਂਡ ਰੇਜ਼ ਕੀਤਾ, ਅਨਮਿਊਟ ਕਰ ਲਓ ਜੀ। ਗੁਰਚਰਨ ਸਿੰਘ ਜੀ ਪਤਾ ਨਹੀਂ ਫ੍ਰੀਜ਼ ਹੋ ਗਏ। ਹਾਂਜੀ, ਰਣਜੀਤ ਸਿੰਘ ਜੀ ਤੁਸੀਂ ਅਨਮਿਊਟ ਕਰਕੇ ਪਹਿਲੇ ਕੁਐਸਚਨ ਕਰ ਲਓ। ਡਾਕਟਰ ਸਾਹਿਬ, ਮੇਰੀ ਸ਼ੰਕਾ ਹੈ ਹਾਂਜੀ, ਕਿ ਜੋ ਸਾਡੇ ਸੁਸਾਇਟੀ ਦਾ ਇੱਕ ਸੰਵਿਧਾਨ ਬਣਿਆ ਵੀ ਆਪਾਂ ਗੁਰੂ ਸਾਹਿਬ ਦੀ ਬਾਣੀ ਤੋਂ ਬਿਨਾਂ ਕੋਈ ਹੋਰ ਬਾਣੀ ਦੀ ਕੋਟੇਸ਼ਨ ਆਪਣੇ ਇਹ 'ਚ ਪ੍ਰਸਾਰ ਨਹੀਂ ਕਰਨੀ। ਹਾਂਜੀ, ਮੈਂ ਜੋੜ ਕੇ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਵੀ ਜਾ ਕੇ ਜੋ ਆਪਣੇ ਇਹਦੀ ਇਹਨਾਂ ਨੂੰ ਕੀ ਲੋੜ ਪੈ ਗਈ, ਜਦ ਕਿ ਬਾਕੀ ਪੂਰਾ ਗੁਰੂ ਸਾਹਿਬ ਦੇ ਵਿੱਚ ਬਹੁਤ ਹਾਲੇ ਵੀ ਜਿੰਨੀ ਮਰਜ਼ੀ ਭਾਵੇਂ ਘੰਟੇ ਬੱਧੀ ਲਾ ਲਓ ਮਨ ਦੇ ਉੱਪਰ, ਤੇ ਇਹ ਲੜੀਵਾਰ ਹਰ ਗੁਰੂ ਸਾਹਿਬ ਨੇ ਹਉਮੈ ਨੂੰ ਤਿਆਗਣ ਦੀ ਸਾਨੂੰ, ਮਤਲਬ ਜੇ ਆਪਾਂ ਕੋਟੇਸ਼ਨ ਕੋਟ ਕਰਨ ਲੱਗਾ ਤੇ ਮੇਰਾ ਖਿਆਲ ਹੈ ਕਿ ਕਾਫੀ ਟਾਈਮ ਲੱਗ ਜਾਏਗਾ। ਪਹਿਲਾ ਪ੍ਰਸ਼ਨ ਮੇਰਾ ਇਹ ਬੇਨਤੀ ਹੈ। ਦੂਜੀ ਗੱਲ ਹੈ ਕਿ ਜਿਹੜੀ ਤੁਸੀਂ ਕੁਐਸਚਨ ਕੀਤਾ ਸੀਗਾ ਵੀ ਨੌਲੇਜ ਦੀ, ਨੌਲੇਜ ਤਾਂ ਸਾਨੂੰ ਅਖਰੀ ਗਿਆਨ ਤਾਂ ਤਕਰੀਬਨ ਜਿੰਨੇ ਇੱਥੇ ਬੈਠੇ ਆ ਸੁਣ ਰਹੇ ਆ ਬਾਕੀਆਂ ਨੂੰ ਕੋਈ ਘੱਟ ਨਹੀਂ ਹੈ। ਇੱਕ ਤਾਂ ਜਿੰਨੀ ਮਰਜ਼ੀ ਕੋਟੇਸ਼ਨ ਆਪਾਂ ਦਿੰਦੇ ਰਹੀ, ਪਰ ਸਾਡਾ ਜਿਹੜਾ ਪ੍ਰੈਕਟੀਕਲ ਜੀਵਨ ਹੈ, ਅਮਲੀ ਜੀਵਨ ਹੈ, ਉਹ ਸਾਡਾ ਜ਼ੀਰੋ ਹੁੰਦਾ ਜਾ ਰਿਹਾ। ਇਹ ਸਾਨੂੰ ਸਾਰਿਆਂ ਨੂੰ ਅਸੈਪਟ ਕਰਨਾ ਚਾਹੀਦਾ, ਬੋਲਣ ਵਾਲਿਆਂ ਨੂੰ ਵੀ ਸੁਣਨ ਵਾਲਿਆਂ ਵੀ। ਜਿੰਨਾ ਸਾਡਾ ਜੀਵਨ ਬਾਣੀ ਦੇ ਅਨੁਸਾਰ ਵਧੇਗਾ ਉਹਨਾਂ ਅੰਦਰ ਸਾਡੇ ਅੰਦਰ ਪਕਿਆਈ ਆਏਗੀ। ਜੇ ਆਪਣਾ ਪੁਰਾਣੇ ਸਿੱਖਾਂ ਦੇ ਆਪਾਂ ਇਤਿਹਾਸ ਦੇਖੀਏ, ਬਜ਼ੁਰਗਾਂ ਦਾ ਇਤਿਹਾਸ ਦੇਖੀਏ, ਉਹਨਾਂ ਕੋਲ ਸਿਰਫ ਤੇ ਸਿਰਫ ਬਾਣੀ ਦੇ ਅਨੁਸਾਰ ਜੀਵਨ ਸੀ। ਉਹ ਬਾਣੀ ਦੀ ਹੀ ਸੱਚਾਈ ਸੀ ਜਿਹੜੇ ਕਿ ਹਰ ਚੈਲੰਜ ਨੂੰ ਅਸੈਪਟ ਕਰਕੇ ਆਪਾਂ ਵਾਰ ਗਏ। ਸੋ ਮੇਰਾ ਇਹ ਪ੍ਰਸ਼ਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਡਾਕਟਰ ਕਾਲਾ ਸਿੰਘ ਜੀ। ਹਾਂਜੀ, ਮੈਂ ਪਹਿਲਾਂ ਵੀ 2 ਵਾਰੀ ਹੱਥ ਜੋੜ ਕੇ ਮਾਫੀ ਮੰਗ ਚੁੱਕਾ ਹਾਂ ਤੇ ਮੈਂ ਹੁਣ ਫਿਰ ਮਾਫੀ ਮੰਗ ਲੈਂਦਾ ਹਾਂ ਕਿ ਮੈਂ ਕੀਰਤਨ ਦਾ ਗੁਟਕਾ ਹੈਗਾ ਵਾ ਉਹਨੂੰ ਮੈਂ ਕੋਟ ਕੀਤਾ, ਗੁਰਬਾਣੀ ਵਿੱਚੋਂ ਨਹੀਂ ਕੀਤਾ। ਮੈਂ ਸਿਰਫ ਇੱਕ ਪੁਆਇੰਟ ਜਿਹੜਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਬਾਕੀ ਅਦਰਵਾਈਜ਼ ਮੈਂ ਨੋਰਮਲੀ ਕਰਦਾ ਨਹੀਂ ਹੁੰਦਾ ਐਂਡ ਆਮ ਸੌਰੀ ਫॉर दैट। ਹਾਂਜੀ, ਸਾਹਿਬ ਪ੍ਰੇਮ ਸਿੰਘ ਜੀ ਤੁਸੀਂ ਅਨਮਿਊਟ ਕੀਤਾ, ਕੋਈ ਕੁਐਸਚਨ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ
ਤੇ ਬੜਾ ਵਧੀਆ ਲੱਗਿਆ। ਪਰ ਇੱਕ ਛੋਟਾ ਜਿਹਾ ਪੁਆਇੰਟ ਹੈ ਕਿ ਜੇ ਸਿੱਖੀ ਜਾਂ ਖਾਲਸੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ ਤੇ ਬਾਕੀ 8 ਗੁਰੂਆਂ ਦੇ ਵਿੱਚੋਂ ਦੀ ਹੁੰਦੀ ਹੋਏ 10ਵੇਂ ਕੋਲੇ ਪਹੁੰਚੀ ਤੇ ਉਹਨਾਂ ਨੇ ਖਾਲਸਾ ਪ੍ਰਗਟ ਕੀਤਾ। ਸੋ ਮੈਂ ਇੱਥੇ ਲਫ਼ਜ਼ ਪ੍ਰਗਟ ਦੀ ਬਜਾਏ ਜੇ ਸੰਪੂਰਨ ਕੀਤਾ ਹੋਵੇ ਤਾਂ ਜ਼ਿਆਦਾ ਅੱਛਾ ਲੱਗੂਗਾ। ਇਸ ਸੁਜੈਸ਼ਨ ਹੈ, ਅੱਗੇ ਜੋ ਤੁਸੀਂ ਸਾਰੇ ਠੀਕ ਸਮਝਦੇ ਹੋ ਕਰ ਲਓ। ਬਸ ਆਹੀ ਸਵਾਲ ਸੀ। ਹਾਂਜੀ ਡਾਕਟਰ ਸਾਹਿਬ ਕੁਝ ਕਹੋਗੇ? ਹਾਂਜੀ ਹਾਂਜੀ ਜ਼ਰੂਰ ਜੀ, ਮੈਂ ਤੁਹਾਡੀ ਵੇਟ ਕਰ ਰਿਹਾ ਸੀਗਾ। ਮੈਂ ਕਿਹਾ ਤੁਸੀਂ ਹੋਸਟ ਹੋ, ਤੁਸੀਂ ਮੈਨੂੰ ਪੁੱਛੋਗੇ ਤਾਂ ਜਿਹਦੇ ਸੰਪੂਰਨ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਪਹਿਲਾਂ ਅਧੂਰੀ ਹੋਵੇ, ਤੇ ਗੁਰੂ ਨਾਨਕ ਨੇ ਹੀ ਸੰਪੂਰਨ ਜਿਹੜੀ ਉਹਦੇ ਜਿਹੜੇ ਗੁਣ ਨੇ, ਸਤ ਸੰਤੋਖ ਦਇਆ ਧਰਮ ਸੱਚ, ਇਹ ਗ੍ਰਹਿ ਆਪਣੇ ਗ੍ਰਹਿ ਭੀਤਰ ਬਾਰੇ ਇਹ ਪਹਿਲਾਂ ਹੀ ਦੱਸ ਦਿੱਤੇ ਸੀਗੇ। ਔਰ ਸਾਨੂੰ ਇਹਨਾਂ ਨੂੰ ਆਪਣੇ ਅੰਦਰ ਸਾਡੇ ਅੰਦਰ ਹੈਗੇ ਨੇ ਗੁਣ, ਅਸੀਂ ਇਹਨਾਂ ਨੂੰ ਪ੍ਰਗਟ ਕਰਨਾ ਆ। ਕਾਮ ਕ੍ਰੋਧ ਇਹਨਾਂ ਨੂੰ ਕੱਢ ਕੇ, ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲੇ ਸਭ ਜੂਏ ਹਾਰੇ, ਇਹਨਾਂ ਨੂੰ ਆਪਣੇ ਜੂਏ 'ਚ ਹਾਰ ਕੇ ਬਾਹਰ ਕੱਢ ਕੇ ਤੇ ਰੱਬੀ ਗੁਣ ਆਪਣੇ ਅੰਦਰ ਪ੍ਰਗਟ ਕਰਨੇ ਨੇ। ਤਾਂ ਉਹ ਸੰਪੂਰਨ ਤਾਂ ਉਹ ਚੀਜ਼ ਹੁੰਦੀ ਜਿਹੜੀ ਅਧੂਰੀ ਹੋਵੇ। ਇਹ ਸਾਡੇ ਅੰਦਰ ਹੈਗੇ ਨੇ, ਅਸੀਂ ਇਹਨਾਂ ਨੂੰ ਪ੍ਰਗਟ ਕਰਨਾ। ਇਸ ਵਾਸਤੇ ਇਹਨੂੰ ਖਾਲਸਾ ਪ੍ਰਗਟ ਜਾਂ ਸੰਤ ਸਿਪਾਹੀ ਪ੍ਰਗਟ ਜਾਂ ਸਚਾਰ ਸਿੱਖ ਪ੍ਰਗਟ ਹੋਇਆ ਉਸ ਦਿਨ, ਮੇਰੇ ਹਿਸਾਬ ਦੇ ਨਾਲ। ਬਾਕੀ ਆਈ ਕੈਨ ਬੀ ਰੋਂਗ ਆਲਸੋ। ਜੀ ਪ੍ਰੇਮ ਸਿੰਘ ਜੀ, ਮੈਂ ਤੁਹਾਨੂੰ ਇੱਕ 10 ਤਰੀਕ ਨੂੰ ਅਸੀਂ ਇੱਥੇ ਪ੍ਰੋਗਰਾਮ ਕੀਤਾ ਸੀ ਫਿਜ਼ੀਕਲ ਸੈਮੀਨਾਰ। ਉਹਦੇ ਚ ਨਿਰਮਲ ਪੰਥ ਤੇ ਸੰਪੂਰਨਤਾ ਦੇ ਉੱਤੇ ਕੁਐਸਚਨ ਬਕਾਇਦਾ ਚੱਲਿਆ ਸੀ, ਔਰ ਭਾਈ ਜਸਬੀਰ ਸਿੰਘ ਹੋਰਾਂ ਨੇ ਉਹਦੇ ਤੇ ਲੈਕਚਰ ਦਿੱਤਾ ਸੰਪੂਰਨਤਾ ਤੇ ਨਿਰਮਲ ਪੰਥ ਦੇ ਉੱਤੇ, ਗੁਰੂ ਨਾਨਕ ਨਿਰਮਲ ਪੰਥ ਤੇ ਸੰਪੂਰਨਤਾ। ਮੈਂ ਤੁਹਾਡੇ ਨਾਲ ਬਾਅਦ ਵਿੱਚ ਉਸ ਬਾਰੇ ਡਿਸਕਸ ਕਰਾਂਗਾ। ਉਹ ਡਿਟੇਲਡ ਹੈਗਾ ਕਿ ਅਸੀਂ ਸੰਪੂਰਨਤਾ ਕਰਨੀ ਹੈ ਜਾਂ ਕਿੱਦਾਂ, ਕੀ ਨਾਨਕ ਦਾ ਪੰਥ ਅਧੂਰਾ ਸੀ। ਇਸ ਕੁਐਸਚਨ ਦੇ ਉੱਤੇ ਡਿਸਕਸ਼ਨ ਆਲਰੇਡੀ ਹੋਈ, ਕਿਉਂਕਿ ਇਹ ਫਿਜ਼ੀਕਲ ਸੀ। ਸ਼ਾਇਦ ਤੁਸੀਂ ਕਿਉਂਕਿ ਉੱਤੇ ਹੈਗੇ ਹੋ LA ਤੋਂ, ਸੋ ਆਈ ਵਿਲ ਸ਼ੇਅਰ ਵਿਦ ਯੂ। ਠੀਕ ਹੈ ਜੀ, ਹਾਂਜੀ, ਉਹ ਮੈਂ ਜ਼ਰੂਰ ਸ਼ੇਅਰ ਕਰਾਂਗਾ। ਇਹ 10 ਤਰੀਕ ਨੂੰ ਹੋਇਆ, ਇਸ ਟੌਪਿਕ ਦੇ ਉੱਤੇ ਅਸੀਂ ਡਿਸਕਸ ਕੀਤਾ। ਠੀਕ ਹੈ ਜੀ, ਕਿਉਂਕਿ ਉਹ ਫਿਜ਼ੀਕਲ ਸੈਮੀਨਾਰ ਸੀ, ਵਰਚੁਅਲ ਨਹੀਂ ਸੀ, ਇਸ ਕਰਕੇ ਇੱਥੇ ਨਹੀਂ ਹੋਇਆ। ਹਾਂਜੀ ਗੁਰਚਰਨ ਸਿੰਘ ਜੀ, ਤੁਸੀਂ ਆ ਗਏ। ਮੈਂ ਖਿਆਲ ਤੁਹਾਡਾ ਪਹਿਲੇ ਫਰੀਜ਼ ਹੋ ਗਿਆ ਸੀ, ਤੁਸੀਂ ਅਨਮਿਊਟ ਕਰਕੇ ਪਲੀਜ਼। ਗੁਰਚਰਨ ਸਿੰਘ ਜੀ, ਜਾਂ ਤਾਂ ਤੁਸੀਂ ਡਰਾਈਵ ਕਰ ਰਹੇ ਹੋ ਜਾਂ? ਹਾਂਜੀ ਹਾਂਜੀ ਜੀ ਘਰੇ ਬੈਠਾ ਜੀ, ਅੱਜ ਤਾਂ ਹੀ ਤਾਂ ਤੁਹਾਡੇ ਨਾਲ ਗੱਲ ਹੋ ਰਹੀ। ਡਰਾਈਵ ਕਰ ਲਓ, ਮੈਂ ਸੁਣ ਸਕਦਾ ਹਾਂ ਤੁਹਾਨੂੰ। ਅੱਛਾ, ਇੱਕ ਛੋਟਾ ਸਵਾਲ ਸੀ ਡਾਕਟਰ ਕਾਲਾ ਸਿੰਘ ਜੀ ਹੋਣਾ ਨੂੰ। ਅੱਜ ਮੈਂ ਬੜੇ ਪਿਆਰ ਨਾਲ ਸਤਿਕਾਰ ਨਾਲ ਤੁਹਾਡਾ ਪਹਿਲਾਂ ਹੀ ਜੋੜ ਕੇ ਬੈਠਾ ਹੋਇਆ। ਉਹ ਮੇਰੀ ਆਪਣਾ ਲਾਈਟ ਆਨ ਕਰਨ ਦਾ ਭੁਲੇਖਾ ਪੈ ਗਿਆ ਤੇ ਉਹ ਕੰਪਿਊਟਰ ਜਿੰਨਾ ਚਿਰ ਬੈਟਰੀ ਸੀ ਉਹ ਚੱਲਦਾ ਰਿਹਾ। ਚਲੋ ਕੋਈ ਗੱਲ ਨਹੀਂ। ਡਾਕਟਰ ਕਾਲਾ ਸਿੰਘ ਜੀ, ਜੇ ਜਦੋਂ ਤੁਸੀਂ ਕਹਿੰਦੇ ਆ ਵੀ ਪੀਓ ਪੌਲ ਖੰਡੇ ਧਾਰ, ਗੁਰੂ ਗੋਬਿੰਦ ਸਿੰਘ ਜੀ ਨਾਲ ਹਿਸਟਰੀ 'ਚ ਖੰਡਾ ਕਿਤੇ ਨਹੀਂ ਆਉਂਦਾ। ਤੇ ਜਿਹੜੀ ਭਾਈ ਗੁਰਦਾਸ ਦੂਜੇ ਦੀ ਵਾਰ ਹੈ 40ਵੀਂ, ਪਹਿਲੇ ਭਾਈ ਗੁਰਦਾਸ ਜੀ ਨੇ ਕੋਈ ਨਹੀਂ ਗੱਲ ਪੀਓ ਪੌਲ ਖੰਡ ਧਾਰ ਹੋਏ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉੱਥੇ ਡੱਡੇ ਨੂੰ ਲਾ ਨਹੀਂ। ਅਸੀਂ, ਤੁਸੀਂ ਕਿਤੇ ਘਰੇ ਜਾ ਕੇ ਦੇਖਿਆ ਜੋ, ਅਸੀਂ ਗਲਤ ਗੱਲਾਂ ਪ੍ਰਚਲਿਤ ਕਰ ਲਈਆਂ। ਉੱਥੇ ਖੰਡ ਧਾਰ ਹੈ। ਦੂਸਰਾ ਮੇਰਾ ਇੱਕ ਕੁਐਸਚਨ ਸੀਗਾ ਵੀ ਸਾਰੇ ਲੋਕ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਇਕੱਠ 80 ਜਾਂ ਉਸ ਵਿਸਾਖੀ ਵਾਲੇ ਦਿਨ 80,000 ਦਾ ਇਕੱਠ ਸੀ, ਤੇ ਮੈਂ ਕਹਿੰਦਾ ਚਲੋ ਘਟਾ ਲਓ, ਵਧਾ ਕੇ ਲਿਖਿਆ ਹੋਊ ਵੀ 40,000 ਦਾ ਇਕੱਠ ਸੀ। ਤੇ ਸਾਰੇ ਹਿਸਟੋਰੀਅਨ ਇਸ ਗੱਲ ਨਾਲ ਸਹਿਮਤ ਹੈ ਵੀ ਖੰਡੇ ਬਾਟੇ ਦੀ ਪਹੁਲ, ਮੈਂ ਵੀ ਖੰਡੇ ਬਾਟੇ ਦੀ ਕਹਿ ਦਿੰਦਾ, ਵੈਸੇ ਖੰਡ ਧਾਰ ਕਹਿਣਾ ਚਾਹੀਦਾ। ਅੰਮ੍ਰਿਤ ਬਣਾਇਆ ਹੀ ਨਹੀਂ ਜਾ ਸਕਦਾ। ਗੁਰਬਾਣੀ ਇਹਨੂੰ ਅੰਮ੍ਰਿਤ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਨਾਨਕ ਅੰਮ੍ਰਿਤ ਦੇਗਾ ਦੂਜਾ ਅੰਮ੍ਰਿਤ ਨਾ ਆਏ। ਨਾਨਕ ਅੰਮ੍ਰਿਤ ਮਨਾ ਮੈਂ ਪਾਈਆ ਗੁਰ ਪ੍ਰਸਾਦ, ਉਹ ਅੰਮ੍ਰਿਤ ਅਸੀਂ ਹਰ ਰੋਜ਼ ਪੀਣਾ ਹੈ। ਅੱਛਾ, ਜੇ 20,000 ਬੰਦੇ ਨੂੰ ਅੰਮ੍ਰਿਤ ਛਕਾਇਆ ਸੀ ਤੇ ਬਾਕੀ ਦਿਆਂ ਨੂੰ ਕਿਉਂ ਨਹੀਂ ਛਕਾਇਆ? ਤੇ ਮਾਤਾ ਗੁਜਰੀ ਦਾ ਨਾਂ ਸੀ ਅੱਜ ਤੋਂ 20 ਸਾਲ ਪਹਿਲਾਂ ਤੱਕ ਮਾਤਾ ਗੁਜਰੀ ਕਹਿੰਦੇ ਰਹੇ ਆ। ਇਹ ਜਿਹੜੇ ਟਕਸਾਲੀ ਹੈਗੇ ਆ ਬੱਬਰ ਸ਼ੇਰ, ਇਹਨਾਂ ਨੇ ਉਹਦਾ ਨਾਂ ਮਾਤਾ ਗੁਜਰ ਕੌਰ ਪ੍ਰਚਲਿਤ ਕਰ ਦਿੱਤਾ। ਬਲਕਿ ਹਿਸਟਰੀ 'ਚ ਕਿਤੇ ਨਹੀਂ ਆਉਂਦਾ ਵੀ ਉਹਨਾਂ ਨੇ ਮਾਤਾ ਗੁਜਰੀ ਨੂੰ ਵੀ ਕਿਤੇ ਅੰਮ੍ਰਿਤ ਛਕਾ ਕੇ ਗੁਜਰ ਕੌਰ ਬਣਾਇਆ ਹੋਵੇ। ਇਹਦਾ ਥੋੜਾ ਚਾਨਣਾ ਪਾਓ ਪਲੀਜ਼।
हाँ जी डॉक्टर साहब। मैं ਜੀ ਇਹਦੇ ਉੱਪਰ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਇਸ ਚੀਜ਼ ਦੇ ਬਾਰੇ ਵੀ ਮਾਤਾ ਗੁਜਰੀ ਜੀ ਜਾਂ ਮਾਤਾ ਗੁਜਰ ਕੌਰ ਜਿਹੜੇ ਗੁਜਰ ਕੌਰ ਕਹਿੰਦੇ ਨੇ ਉਹਨਾਂ ਦਾ ਇਹ ਹੈ ਕਿ ਉਹਨਾਂ ਨੇ ਵੀ ਖੰਡੇ ਬਾਟੇ ਦੀ ਪੌਲ ਛਕੀ ਹੋਣੀ ਆ ਜਾਂ ਖੰਡ ਬਾਟਲ ਜੋ ਵੀ ਹੈ ਵੀ ਛਕੀ ਹੋਣੀ ਤੇ ਉਹ ਵੀ ਗੁਜਰ ਕੌਰ ਬਣ ਗਏ ਹੋਣੇ ਨੇ ਉਸ ਵੇਲੇ। ਉਹਨਾਂ ਦਾ ਮਤਲਬ ਇਹ ਆ ਤੇ ਉੱਥੇ ਕਿੰਨੀ ਸੰਗਤ ਸੀਗੀ ਇਹਦੇ ਬਾਰੇ ਵੀ ਕੁਝ ਪਤਾ ਨਹੀਂ। ਔਰ ਬਾਕੀ ਇਹਨੇ ਕਿਉਂ ਨਹੀਂ ਛਕੀ ਇਹਦੇ ਬਾਰੇ ਜਿੱਥੇ ਤੱਕ ਮੇਰਾ ਦਿਮਾਗ ਜਾਂਦਾ ਆ ਕਿ ਗੁਰੂ ਨਾਨਕ ਨੇ ਵੀ ਇਹ ਕਿਹਾ ਕਿ ਜਿਹਨੇ ਮੇਰੇ ਮਾਰਗ ਤੇ ਚੱਲਣਾ ਆ ਸਿਰ ਦੀਜੇ ਕਾਣ ਨਾ ਕੀਜੇ। ਤੇ ਜਿਹੜੇ ਤਿਆਰ ਸੀਗੇ ਆਪਣਾ ਸਿਰ ਦੇਣ ਨੂੰ ਆਪਣੇ ਹਉਮੈ ਦੇਣ ਨੂੰ ਉਹ ਅੱਗੇ ਆ ਗਏ। ਜਿਹੜੇ ਉਸ ਵਕਤ ਤਿਆਰ ਨਹੀਂ ਸੀਗੇ ਹਲੇ ਉਸ ਰਸਤੇ ਉੱਪਰ ਚੱਲਣ ਨੂੰ ਉਹ ਅੱਗੇ ਨਹੀਂ ਆਏ। ਇੱਥੇ ਇੱਕ ਹੋਰ ਮੈਂ ਗੱਲ ਮੇਰੇ ਹਿਸਾਬ ਦੇ ਨਾਲ ਮੈਂ ਇੱਕ ਹੋਰ ਗੱਲ ਹੋਰ ਕਹਿ ਲੱਗਾ ਭਾਵੇਂ ਮੈਂ ਗੱਲ ਗਲਤ ਹੋਵਾਂ ਕਿ ਜਿਹੜੇ ਖਾਲਸਾ ਪ੍ਰਗਟ ਹੋਏ ਉਹ ਸਿਰਫ 5 ਪਿਆਰੇ ਹੋਏ ਪ੍ਰਗਟ। 5 ਪਿਆਰਿਆਂ 'ਚ ਖਾਲਸਾ ਪ੍ਰਗਟ ਹੋਇਆ ਜਿਨ੍ਹਾਂ ਨੇ ਆਪਣਾ ਸਿਰ ਦਿੱਤਾ ਉਸ ਵੇਲੇ। ਜਿਹੜੇ ਬਾਕੀ ਸੀਗੇ ਉਹ ਜਦੋਂ ਉਹਨੂੰ ਬਾਅਦ ਚੋਂ ਪਤਾ ਲੱਗਿਆ ਕਿ ਅਸਲ 'ਚ ਗੁਰੂ ਕਿਹੜਾ ਸਿਰ ਮੰਗ ਰਹੇ ਨੇ ਤਾਂ ਫਿਰ ਉਹ ਅੱਗੇ ਆਏ। ਉਹ ਅੱਗੇ ਆ ਕੇ ਫਿਰ ਉਸ ਮਾਰਗ ਉੱਪਰ ਚੱਲਣ ਨੂੰ ਤਿਆਰ ਹੋ ਗਏ ਕਿ ਇਤ ਮਾਰਗ ਭੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੇ। ਉਸ ਮਾਰਗ ਉੱਪਰ ਚੱਲਣ ਨੂੰ ਵਾਸਤੇ ਤਿਆਰ ਹੋ ਗਏ। ਉਹ ਕਿਸੇ ਅੱਗੇ ਟਾਈਮ ਦੇ ਵਿੱਚ ਆ ਕੇ ਜ਼ਰੂਰ ਪ੍ਰਗਟੋ ਖਾਲਸਾ ਹੋ ਗਏ ਹੋਣੇ ਨੇ ਤੇ ਬਾਕੀ ਦੇ ਬੰਦੇ ਤਾਂ ਨਹੀਂ ਅੱਗੇ ਆਏ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਉਹ ਆਪਣੇ ਹਲੇ ਹਉਮੈ ਦੇਣ ਨੂੰ ਤਿਆਰ ਨਹੀਂ ਸੀਗੇ ਹਲੇ ਹੈ ਨਾ। ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਉੱਤਮ ਬਾਣੀ ਆਉਂਦੇ ਸਾਰੇ ਨੇ ਪਰ ਉਹ ਗੱਲ ਨੂੰ ਸਮਝਦਾ ਕੌਣ ਵਾ ਉਹ ਬੜੇ ਘੱਟ ਹੁੰਦੇ ਨੇ। ਗਾਵਿਆ ਸੁਣਿਆ ਤਿਨ ਕਾ ਥਾਇ ਪਵਜਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ ਹੈ ਨਾ ਉਹ ਬੜੇ ਘੱਟ ਹੁੰਦੇ ਨੇ। ਡਾਕਟਰ ਸਾਹਿਬ ਇੱਕ ਗੱਲ ਸੀ ਬਈ ਪਤਾ ਨਹੀਂ ਅੱਜ ਵੀ ਮੈਂ ਇਹ 67 ਸਾਲ ਅੰਮ੍ਰਿਤਸਰ ਦਰਬਾਰ ਸਾਹਿਬ ਰਿਹਾ ਜੀ। ਮੇਰੇ ਤਾਇਆ ਜੀ ਦਰਬਾਰ ਸਾਹਿਬ ਦੇ ਮੇਨ 4 ਗ੍ਰੰਥੀਆਂ 'ਚ ਹੁੰਦੇ ਸੀ ਤੇ ਉੱਥੇ ਜਦੋਂ ਐਤਵਾਰ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਜਾਂਦੀ ਹੈ ਉਦੋਂ ਇੱਕ ਪੰਕਤੀ ਜ਼ਰੂਰ ਕਹੀ ਜਾਂਦੀ ਸੀ ਅੰਮ੍ਰਿਤ ਬਲਾਖੀਆਂ ਦੇ ਵਿੱਚ ਕੋਈ ਲੰਗੜਾ ਲੂਲਾ ਅਪਾਜ ਤੇ ਨਹੀਂ। ਇਹ ਬੜੀ ਮਤਲਬ ਆਪਣਾ ਕੋਈ ਗੱਲ ਸਮਝਣ ਵਾਲੀ ਗੱਲ ਹੈ। ਖੰਡੇ ਬਾਟੇ ਦੀ ਪੌਲ ਉਹਨਾਂ ਨੂੰ ਦਿੱਤੀ ਗਈ ਜਿਹੜੇ ਯੋਗ ਸੀਗੇ ਫਿਜ਼ੀਕਲੀ। ਹਜੇ ਮੈਂਟਲੀ ਤਾਂ ਬਾਅਦ 'ਚ ਹੋਣੇ ਆ। ਜਿਹੜੇ ਬੰਦੇ ਆਏ ਆ ਉਹ ਮੈਂਟਲੀ ਇੰਨੇ ਪਰਪੱਕ ਨਹੀਂ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਫਿਜ਼ੀਕਲੀ ਵੀ ਜਿਹੜੇ ਫਿੱਟ ਨਹੀਂ ਆ ਉਹਨਾਂ ਨੂੰ ਇਹ ਖੰਡੇ ਬਾਟੇ ਦੀ ਪੌਲ ਨਹੀਂ ਦਿੱਤੀ ਜਾਂਦੀ ਸੀ। ਇਹ ਦਰਬਾਰ ਸਾਹਿਬ 1967-68 ਦੇ ਤੱਕ ਮੈਂ ਸੁਣਦਾ ਰਿਹਾ ਆਪ ਇਹਨਾਂ ਕੰਨਾਂ ਨਾਲ। ਅੱਜ ਆਪਣੀ ਰਹਿਤ ਮਰਜ਼ਾਦਾ 'ਚੋਂ ਇਹ ਪੰਕਤੀ ਸ਼ਾਇਦ ਕੱਢ ਦਿੱਤੀ ਗਈ ਹੈ। ਜਿਹੜੇ ਫਿਜ਼ੀਕਲ ਅਨਫਿਟ ਹੈ ਬੁੱਢਿਆਂ ਨੂੰ ਲੰਗੜੇ ਲੂਲਿਆਂ ਨੂੰ ਬੱਚਿਆਂ ਨੂੰ ਇਹ ਬਕਾਇਦਾ ਉੱਥੇ ਅਨਾਉਂਸ ਕਰਦੇ ਸੀ ਵੀ ਉਹ ਭਾਈ ਅੰਮ੍ਰਿਤ ਬਲਾਖੀਆਂ 'ਚ ਨਾ ਬੈਠਣ। ਗੁਰਚਰਨ ਸਿੰਘ ਜੀ ਹੋ ਸਕਦਾ ਇਹ ਸਾਡੇ ਜਿਹੜੇ ਸਾਡੇ 200 ਸਾਲ 250 ਸਾਲ ਸਿੱਖੀ ਨਿਰਮਲਿਆਂ ਤੇ ਉਦਾਸੀਆਂ ਕੋਲ ਰਹੀ ਹੈ ਤੇ ਉਹਨਾਂ ਦਾ ਬਾਈ ਪ੍ਰੋਡਕਟ ਹੋਵੇ ਕਿਉਂਕਿ ਅਜੇ ਵੀ ਕਈ ਬਾਈ ਪ੍ਰੋਡਕਟ ਅੱਜ ਵੀ ਚੱਲ ਰਹੇ ਆ 100 ਸਾਲ ਬਾਅਦ ਵੀ ਭਾਵੇਂ ਉਹ ਚਲੇ ਗਏ ਤੇ ਅਜੇ ਵੀ ਚੱਲੀ ਜਾਂਦੇ ਪਏ ਆ। ਸੇਮ ਬਾਈ ਪ੍ਰੋਡਕਟਸ ਇਸ ਵੇਲੇ ਦਰਬਾਰ ਸਾਹਿਬ ਵਿੱਚ ਚੱਲ ਰਹੇ ਆ। ਖੰਡੇ ਬਾਟੇ ਦੀ ਪੌਲ ਜੀ ਦਿੱਤੀ ਉਹਨਾਂ ਨੂੰ ਜਾਂਦੀ ਸੀ ਕਿਉਂਕਿ ਇਹ ਮਿਲਟਰੀ ਤਿਆਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ। ਜਿਹੜੇ ਕਾਬਲ ਨਹੀਂ ਹੈਗੇ ਲੰਗੜੇ ਲੂਲੇ ਅਪਾਹਜ ਹੈਗੇ। ਦੇਖੋ ਇਹ ਮੈਂ ਉਹੀ ਕਹਿਣਾ ਨਾ ਇਹ ਸਾਡੀਆਂ ਊਣਤਾਈਆਂ ਸਾਡੇ ਕੌਮ ਵਿੱਚ ਸਾਡੇ ਜੋ ਕਿਉਂਕਿ ਇਹ ਤੁਹਾਨੂੰ ਵੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਤੇ ਅਪ ਟੂ ਸਿੰਘ ਸਭਾ ਲਹਿਰ ਤੱਕ ਮਹੰਤਾਂ ਤੇ ਉਦਾਸੀਆਂ ਕੋਲ ਤੇ ਨਿਰਮਲਿਆਂ ਕੋਲ ਸਾਰਾ ਕੁਝ ਰਿਹਾ ਜੀ ਜੀ। ਇਹ ਰੂਲਸ ਰੈਗੂਲੇਸ਼ਨ ਉਹਨਾਂ ਨੇ ਫਰੇਮ ਕਰ ਦਿੱਤੇ ਔਰ ਹੁਣ ਵੀ ਉਹ ਕਈ ਰੂਲਸ ਐਂਡ ਰੈਗੂਲੇਸ਼ਨ ਉਹ ਵਾਲੇ ਅਜੇ ਵੀ ਚੱਲ ਰਹੇ ਆ। ਇਹ ਨਹੀਂ ਕਿ ਉਹ ਤਾਂ ਅਜੇ ਹਟ ਗਏ ਆ। ਸੋ ਥੀਸ ਥਿੰਗਸ ਇਹ ਤਾਂ ਬੜੀ ਰੈਵੋਲੂਸ਼ਨ ਸਾਨੂੰ ਅਜੇ 100 ਸਾਲ ਵਿੱਚ ਹੋਰ ਚੇਂਜਸ ਹੋ ਗਈਆਂ। ਸਾਨੂੰ ਸਾਰਿਆਂ ਨੂੰ ਰਲ ਕੇ ਹੱਲਾ ਮਾਰਨਾ ਪੈਣਾ ਦੁਬਾਰਾ ਸਿੰਘ ਸਭਾ ਲਹਿਰ ਕੋਈ ਚਲਾਉਣੀ ਪੈਣੀ ਹੈ ਤਾਂ ਹੋਣਾ। ਪਰ ਦੈਟ ਇਜ਼ ਦੀ ਵੇ ਵੀ ਹੈਵ ਟੂ ਪ੍ਰੋਸੀਡ। ਇਹ ਬਿਲਕੁਲ ਠੀਕ ਹੈ ਬਟ ਹਿਸਟੋਰੀਕਲੀ ਸੋ ਇਟ ਵਾਜ਼ ਮੋਰ ਆਫ ਅ ਕਮੈਂਟ। ਹਾਂਜੀ ਐਨੀਬਡੀ ਐਲਸ ਕਿਸੇ ਦਾ ਕੋਈ ਕੁਐਸਚਨ ਜੀ? ਅੱਜ ਤਾਂ ਬੜੀ ਜਲਦੀ ਖਤਮ ਹੋ ਰਹੀ ਹੈ ਕੁਐਸਚਨ ਨਹੀਂ ਆ ਰਹੇ।
ਡਾਕਟਰ ਸੁਖਮੰਦਰ ਸਿੰਘ ਜੀ, ਰਣਜੀਤ ਸਿੰਘ ਜੀ, ਤੁਸੀਂ ਓਪਨ ਹੋਇਓ, ਠੀਕ ਹੈ। ਹਾਂਜੀ, ਮੇਰਾ ਕਮੈਂਟਸ ਕਹਿ ਸਕਦੇ ਹੋ ਤੁਸੀਂ, ਕੁਐਸਚਨ ਤਾਂ ਨਹੀਂ ਹੈ ਵੈਸੇ। ਮੈਂ ਡਾਕਟਰ ਸਾਹਿਬ ਨੂੰ ਕਾਲਾ ਉਹਨਾਂ ਨੂੰ ਜਿਹੜਾ ਜੋ ਕੁਛ ਵੀ ਦੱਸਿਆ, ਮੇਰਾ ਖਿਆਲ ਅੱਜ ਕੱਲ੍ਹ ਦੀ ਜਾਂ ਸਾਡੇ ਨੌਲੇਜ ਦੇ ਨਾਲ ਬਿਲਕੁਲ ਉਹ ਮੇਲ ਖਾਂਦਾ, ਔਰ ਬਿਲਕੁਲ ਅਪਰੋਕਸੀਮੇਟਲੀ ਨਹੀਂ ਸਹੀ ਦੱਸਿਆ ਹੈ ਜਿੱਥੇ ਤਾਂ ਇਹਨਾਂ ਨੇ ਗੱਲ ਕੀਤੀ। ਔਰ ਗੁਰਬਾਣੀ ਦੀਆਂ ਤੁਕਾਂ ਵੀ ਜਿਹੜੀਆਂ ਨੇ ਬੜੀਆਂ ਢੁਕਵੀਆਂ ਤੁਕਾਂ ਨੇ। ਦੂਜੀ ਵੱਡੀ ਗੱਲ ਇੱਕ ਤੁਸੀਂ ਵੀ ਕੁਐਸਚਨ ਉਠਾਇਆ ਸੀ, ਸ਼ਾਇਦ ਉਹਦਾ ਵੀ ਮੈਂ ਜਵਾਬ ਦੇ ਸਕਾਂ। ਭਈ ਅਸੀਂ ਇੱਕ ਸਾਡੀ ਗੁਰਬਾਣੀ ਦੇ ਵਿੱਚ, ਮੈਂ ਤੁਕ ਤਾਂ ਭੁੱਲ ਗਿਆ, ਜੋੜ ਤੋੜ ਕੱਚਿਆਂ ਤਾਂ ਜੋੜ ਪੱਕਿਆਂ ਦੀ, ਕੋਈ ਸ਼ਾਇਦ ਗੁਰਚਰਨ ਸਿੰਘ ਨੂੰ ਯਾਦ ਹੋਵੇ। ਹਾਂਜੀ, ਸੌਰੀ ਮੈਂ ਭੁੱਲ ਗਿਆ ਉਹ ਤੁਕ। ਕਚੜਿਆਂ ਤੋਂ ਕੋਲ ਜੋੜ ਸੱਜਣ ਸੰਗ ਪੱਕਿਆਂ, ਉਹ ਜੋੜਦੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਇਹੀ ਤੁਕ ਹੈ, ਮੈਂ ਭੁੱਲ ਉਹਦੇ ਗਿਆ। ਬੰਦੇ ਵਿਛੜਾ ਉਹ ਮੋਇਆ ਨਾ ਜਾਈ ਛੋੜ। ਕਿਉਂਕਿ ਅਸੀਂ ਸ਼ਾਇਦ ਡਾਕਟਰ ਕਾਲਾ ਸਿੰਘ ਪਤਾ ਨਹੀਂ ਕਿਉਂ ਉਸ ਚੀਜ਼ ਨੂੰ ਛੱਡ ਗਏ, ਕਹਿਣ ਤਾਂ ਲੱਗੇ ਸੀ ਲੇਕਿਨ ਘੁੱਟ ਗਿਆ ਮੂੰਹ ਦੇ ਵਿੱਚ ਹੀ। ਅਸੀਂ ਜੋ ਕੁਛ ਵੀ ਅੱਜ ਜਿਸਦੇ ਆ ਜਾਂ ਕਰਦੇ ਆ ਜਾਂ ਕਰ ਰਹੇ, ਜਾਂ ਹੁਣ ਆ ਵੀ ਅਸੀਂ ਜੋ ਕੁਛ ਅਸੀਂ ਕਰ ਰਹੇ ਹਾਂ, ਸ਼ਾਇਦ ਇਹਦੇ ਜੋ ਸਾਡੇ 'ਚ ਦਿਖਾਵਾ ਜ਼ਿਆਦਾ ਹੈ, ਔਰ ਅਸਲੀਅਤ ਜਿਹੜੀ ਆ ਉਹ ਜਾਣਦੇ ਹੋਏ ਵੀ ਅਸੀਂ ਉਹਨੂੰ ਐਕਸੈਪਟ ਨਹੀਂ ਕਰ ਰਹੇ। ਅਸੀਂ, ਮੇਰਾ ਖਿਆਲ ਜੇ ਹੁਣ ਉਹੀ ਲਫ਼ਜ਼ ਕਿਹਾ ਜਾਵੇ ਵੀ ਅਸੀਂ ਕੱਚੇ ਜ਼ਿਆਦਾ ਆ ਤਾਂ ਪੱਕੇ ਅਸੀਂ ਘੱਟ ਹੈ ਮੇਰੇ ਖਿਆਲ। ਜੇ ਖਾਲਸੇ ਦੀ ਵੀ ਗੱਲ ਕਹੀ ਜਾਵੇ ਤਾਂ ਅਸੀਂ ਉਹ ਜਿਹੜਾ ਗੁਰੂ ਦੇ ਨਾਂ ਤੇ ਉਹਨੂੰ ਮੜ ਦਿੱਤਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਬੜੇ ਧਿਆਨ ਦੇ ਨਾਲ, ਬੜੇ ਸੁਰ ਦੇ ਵਿੱਚ, ਤਕਰੀਬਨ ਸਾਡੇ ਚੋਂ 80% ਜ਼ਰੂਰ ਕਹਿੰਦੇ ਹੋਣੇ, ਔਰ ਸਾਡੇ 'ਚ ਵੀ ਕਈ ਹੁਣ ਜਿਹੜੇ ਉਸ ਵੇਲੇ ਹੋਰ ਕੁਛ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਾ ਪੈਂਦੇ ਹੋਣੇ ਕਰ ਇਹ ਤੁਕ ਸੁਣ ਕੇ। ਔਰ ਮੇਰੇ ਆਪਣੇ ਕਾਲਾ ਸਿੰਘ ਹੁਣੀ ਤਾਂ ਕਹਿੰਦੇ ਵੱਡੇ ਨੇ ਡਾਕਟਰ ਸਾਹਿਬ ਨੇ ਵੀ ਇਹ ਤਾਂ ਅਸਲੀਅਤ ਜਾਣਦੇ ਨੇ, ਕਿਉਂਕਿ ਸਰੀਰ ਦੇ ਵਿੱਚ ਕੱਲੇ ਕੱਲੇ ਅੰਗ ਨੂੰ ਪਤਾ ਕਿੱਥੇ ਕਿਹੜਾ ਕਿੱਥੇ ਲੱਗਾ ਹੈ। ਉਹ ਅਸਲੀਅਤ ਤੇ ਕੰਮ ਕਰਦੇ ਨੇ, ਇਮੈਜਨਰੀ ਨਹੀਂ ਇਹਨਾਂ ਦੇ ਕੋਈ ਚੀਜ਼ ਹੁੰਦੀ। ਸ਼ਾਇਦ ਇਹੀ ਚੀਜ਼ ਇਹ ਅਸੀਂ ਧਰਮ ਦੇ ਵਿੱਚ ਵੀ ਇਮੈਜਨਰੀ ਚੀਜ਼ ਨੂੰ ਕੱਢ ਕੇ ਅਸਲੀਅਤ ਦੇ ਨੇੜੇ ਹੋ ਜਾਈਏ, ਮੇਰੇ ਖਿਆਲ ਸਾਡੇ ਅਪਰੋਕਸੀਮੇਟਲੀ ਕੁਐਸਚਨਾਂ ਦੇ ਆਨਸਰ ਜ਼ਰੂਰ ਮਿਲ ਜਾਣਗੇ, ਜਾਂ ਅਸੀਂ ਖੁਦ ਹੀ ਆਪਣੇ ਆਪ ਨੂੰ ਇਸ ਪਾਸੇ ਸੋਚਣ ਲੱਗ ਪਈਏ। ਗੱਲ ਚੱਲੀ ਸੀ ਖਾਲਸੇ ਤੋਂ। ਹੁਣ ਖਾਲਸੇ ਦੇ ਵਿੱਚ ਇਹਨਾਂ ਨੇ ਗੁਰਬਾਣੀ ਦੀ ਤੁਕ ਵੀ ਜ਼ਰੂਰ ਬੋਲੀ ਹੈ, ਜਿਹੜੀ ਕਿ ਇੱਕ ਭਗਤ ਦੀ ਤੁਕ ਸੀ। ਹੁਣ ਇਹਦੇ ਲਈ ਮੈਂ ਪਿਛਲਾ ਸਾਡਾ ਜਿਹੜਾ ਸੈਮੀਨਾਰ ਹੋਇਆ ਇੱਥੇ ਡਾਕਟਰ ਆਸਮਾ ਕਾਦਰੀ ਦਾ, ਹਾਂਜੀ ਹਾਂਜੀ, ਉਹਦੇ 'ਚ ਮੇਰਾ ਖਿਆਲ ਸਾਰਿਆਂ ਤੋਂ ਅਖੀਰ ਡਾਕਟਰ ਸਾਹਿਬ ਮੇਰਾ ਹੀ ਕੁਐਸਚਨ ਸੀ, ਔਰ ਸ਼ਾਇਦ ਉਸ ਕੁਐਸਚਨ ਦੇ ਵਿੱਚ ਕਈਆਂ ਨੂੰ ਸ਼ਾਇਦ ਬੁਰਾ ਵੀ ਲੱਗਿਆ ਹੋਵੇ ਵੀ ਕਿਉਂ ਕੁਐਸਚਨ ਕੀਤਾ, ਔਰ ਥੋੜਾ ਜਿਹਾ ਤੁਸੀਂ ਉਹਦਾ ਆਨਸਰ ਵੀ ਮੇਰੇ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਮੇਰਾ ਵੀ ਇਹੋ ਕੁਐਸਚਨ ਸੀ ਵੀ ਜੇ ਤੁਸੀਂ ਚਾਹੋ ਤਾਂ ਆਨਸਰ ਦੇ ਦਿਓ, ਨਾ ਚਾਹੋ ਤਾਂ ਆਨਸਰ ਨਾ ਦਿਓ, ਕਿਉਂਕਿ ਉਹਨਾਂ ਦੇ ਜਿੰਨੇ ਲੈਕਚਰ ਉਹਨਾਂ ਨੇ ਕੀਤੇ ਨੇ ਉਹ ਸਾਰੇ ਮੈਂ ਸੁਣੇ ਨੇ। ਔਰ ਮੇਰਾ ਕੁਐਸਚਨ ਇਸ ਕਰਕੇ ਸੀ, ਮੈਂ ਉਹ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਕਿ ਇੱਕ ਬੰਦਾ ਸਿੱਖੀ ਦੇ ਬਾਰੇ ਇੰਨਾ ਕੁਛ ਦੱਸ ਰਿਹਾ, ਲੇਕਿਨ ਉਹਦਾ ਆਪਣਾ ਧਰਮ ਕੁਛ ਹੋਰ ਹੈ। ਮੇਰਾ ਖਿਆਲ ਜੇ ਤੁਹਾਨੂੰ ਸਮਝ ਆਈ ਹੋਵੇ, ਮੇਰਾ ਕੁਐਸਚਨ ਇਹੀ ਸੀ ਵੀ ਤੁਸੀਂ ਇੰਨਾ ਸਿੱਖ। ਹਾਂਜੀ ਹਾਂਜੀ, ਨਹੀਂ, ਵੀ ਅੰਡਰਸਟੈਂਡ ਦੈਟ। ਹਾਂਜੀ, ਔਰ ਮੇਰਾ ਖਿਆਲ ਹੈ ਸਾਡੇ ਨਾਲੋਂ ਜ਼ਿਆਦਾ ਆਸਮਾ ਕਾਦਰੀ ਜ਼ਿਆਦਾ ਤੌਰ ਤੇ ਡੂੰਘਾਈ ਦੇ ਵਿੱਚ ਸਮਝ ਗਏ ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਜਵਾਬ ਜ਼ਰੂਰ ਦਊਂਗੀ, ਔਰ ਉਹਨਾਂ ਨੇ ਦਿੱਤਾ ਵੀ, ਔਰ ਸਹੀ ਜਵਾਬ ਵੀ ਉਹੀ ਸੀ, ਕਿਉਂਕਿ ਉਹਨਾਂ ਨੇ ਗੁਰਬਾਣੀ ਨੂੰ ਆਪਣੇ ਧਰਮ ਦੀ ਕਸਵੱਟੀ ਤੇ ਜਿਹਨੂੰ ਉਹ ਮੰਨਦੇ ਨੇ ਰੱਖ ਕੇ ਉਹਨਾਂ ਨੇ ਪੜ੍ਹਿਆ, ਔਰ ਲਫ਼ਜ਼ ਉਹਨਾਂ ਨੇ ਵਰਤਿਆ, ਤੁਸੀਂ ਐਜ਼ ਏ ਧਰਮ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਰਹੇ ਹੋ, ਔਰ ਅਸੀਂ ਉਹਨੂੰ ਐਜ਼ ਏ ਲਿਟਰੇਚਰ ਪੜ੍ਹ ਰਹੇ ਹਾਂ। ਔਰ ਲਿਟਰੇਚਰ ਪੜ੍ਹਨ ਦੇ ਉਹਨਾਂ ਦੀ ਕਸਵੱਟੀ, ਜਿਸ ਤਰ੍ਹਾਂ ਤੁਸੀਂ ਥੀਸਿਸ ਲਿਖਦੇ ਨੇ ਜਿੰਨੇ ਵੀ ਆ ਸਾਡੇ ਬੰਦੇ ਨੇ, ਇਹਨਾਂ ਦਾ ਇੱਕ ਗਾਈਡ ਹੁੰਦਾ, ਇੱਕ ਗਾਈਡ ਰੱਖਦੇ ਨੇ, ਉਹ ਜਿਹੜਾ ਵੀ ਥੀਸਿਸ ਲਿਖਣਾ ਹੁੰਦਾ, ਜਿਹੜਾ ਵੀ ਇਹਨਾਂ ਦਾ ਮੇਨ ਪੁਆਇੰਟ ਹੁੰਦਾ, ਉਹ ਉਸ ਗਾਈਡ ਦੀ ਡਾਇਰੈਕਸ਼ਨ ਦੇ ਥਰੂ ਉਸ ਚੀਜ਼ ਦੇ ਉਸ ਥੀਸਿਸ ਨੂੰ ਲਿਖਦੇ। ਇਸੇ ਤਰ੍ਹਾਂ ਆਸਮਾ ਕਾਦਰੀ ਨੇ ਜੋ ਕੁਛ ਵੀ ਸਾਨੂੰ ਦੱਸਿਆ, ਉਹਦਾ ਗਾਈਡ ਕੀ ਸੀ? ਉਹਦਾ ਗਾਈਡ ਉਹਦਾ ਧਰਮ ਸੀ, ਔਰ ਉਹਦਾ ਜਿਹੜਾ ਮੁਰਸ਼ਿਦ ਸੀ, ਜਿਹਦਾ ਉਹ ਬਾਰ-ਬਾਰ 2-3 ਵਾਰੀ ਨਾਮ ਵੀ ਲੈ ਰਹੇ ਸੀ ਕਿ ਅਸੀਂ ਇਕੱਠੇ ਹੁੰਦੇ ਹਾਂ, ਔਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਅਸੀਂ ਉਸ ਤਰ੍ਹਾਂ ਚੱਲਦੇ। ਉਹ ਗੱਲ ਹੋ ਗਈ ਪੱਕਿਆਂ ਦੀ, ਕਿਉਂਕਿ ਜਿੱਥੇ ਉਹ ਪੱਕੇ ਸੇ ਉਹਨਾਂ ਨੇ ਸਾਨੂੰ ਉਸੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਔਰ ਦੱਸਣ ਦੀ
ਕੋਸ਼ਿਸ਼ ਕੀਤੀ ਭਈ ਅਸੀਂ ਤੁਹਾਡੇ ਚੋਂ ਆਪਣੇ ਹਿਸਾਬ ਨਾਲ ਆਹ ਕੁਝ ਦੇਖਦੇ, ਪਰ ਅਸੀਂ ਕੱਚੇ, ਸੌਰੀ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਇਸ ਚੀਜ਼ ਦੀ ਤਰੀ ਹੋਏ, ਅਸੀਂ ਕੱਚਿਆਂ ਨੇ ਕੁਐਸਚਨ ਕੀਤੇ ਤੁਸੀਂ ਇਹ ਕਦ ਕਰਦੇ ਆ, ਅਸੀਂ ਵੀ ਉਹਦੇ ਨਾਲ ਰਲਣਾ ਚਾਹੁੰਦੇ, ਅਸੀਂ ਉਹ ਤੁਹਾਡੇ ਉਸ ਮੁਸ਼ਕਿਲ ਨੂੰ ਸੁਣਨਾ ਚਾਹੁੰਦੇ ਆ, ਉਹ ਸਾਨੂੰ ਸਾਡੇ ਬਾਰੇ ਕਿੱਦਾਂ ਦੱਸਦਾ। ਅਸੀਂ ਇਹ ਨਹੀਂ ਕੋਸ਼ਿਸ਼ ਕੀਤੀ ਵੀ ਅਸੀਂ ਆਪਣੇ ਧਰਮ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਪੱਕੇ ਹੋ ਕੇ ਅਸੀਂ ਉਹਨੂੰ ਕੁਐਸਚਨ ਕਰੀਏ ਆਪਣੇ ਹਿਸਾਬ ਦੇ ਨਾਲ, ਨਹੀਂ। ਅਸੀਂ ਕਿਉਂਕਿ ਕੱਚੇ, ਸਾਨੂੰ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਕਿਹਾ ਸੀ ਗੁਰਬਾਣੀ ਦੇ ਵਿੱਚ ਅਸੀਂ ਉਹਨੂੰ ਪੜ੍ਹਦੇ ਨਹੀਂ, ਪੜ੍ਹ ਕੇ ਸਮਝਦੇ ਨਹੀਂ, ਸਮਝ ਕੇ ਅਮਲ ਨਹੀਂ ਕਰਦੇ। ਅਸੀਂ ਗੁਰਬਾਣੀ ਨੂੰ ਵੀ, ਗੁਰੂ ਗ੍ਰੰਥ ਸਾਹਿਬ ਨੂੰ ਵੀ ਦੂਜਿਆਂ ਨੇ ਪੱਥਰ ਬਣਾ ਲਿਆ, ਸੌਰੀ ਮੈਂ ਇਸ ਕਰਕੇ, ਅਸੀਂ ਕਿਤਾਬ ਨੂੰ ਵੀ ਪੱਥਰ ਬਣਾ ਲਿਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੱਥਰ ਬਣਾ ਲਿਆ। ਡਾਕਟਰ ਕਾਲਾ ਸਿੰਘ ਨੇ ਬੜੀ ਬਾਖੂਬੀ ਇਸ ਚੀਜ਼ ਨੂੰ ਨੋਟ ਕੀਤਾ ਵੀ ਅਸੀਂ ਕੀ ਕਰ ਰਹੇ ਹਾਂ, ਜੋ ਕੁਝ ਉਹਨਾਂ ਦੇ ਵਿੱਚ ਚੱਲਦਾ ਉਹਨਾਂ ਨਾਲੋਂ ਵੱਧ ਸਾਡੇ ਵਿੱਚ ਚੱਲਦਾ। ਮੈਨੂੰ ਕੁਛ ਦੇਰ ਕੁਛ ਸਮਾਂ ਟੈਂਪਰੇਰੀ ਤੌਰ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿਸੇ ਗੁਰਦੁਆਰੇ ਦੇ ਰਹਿਣ ਦਾ ਮੌਕਾ ਮਿਲਿਆ, ਜ਼ਬਰਦਸਤੀ ਕਿਸੇ ਨੇ ਬਿਠਾ ਦਿੱਤਾ। ਮੈਨੂੰ ਇੱਕ ਜਨਾਨੀ ਨੇ ਮੈਨੂੰ ਕੁਐਸਚਨ ਕੀਤਾ, ਭਾਜੀ ਜਿਹੜਾ ਇਹ ਆਟਾ ਬੰਨਿਆ ਆ, ਮੈਨੂੰ ਉਹ ਆਟਾ ਦੇ ਦਿਓ। ਪਹਿਲਾਂ ਤਾਂ ਮੈਨੂੰ ਆਟੇ ਦੀ ਸਮਝ ਨਾ ਆਈ ਵੀ ਆਟਾ ਕਿਹਨੂੰ ਕਹਿੰਦੇ, ਫਿਰ ਮੈਨੂੰ ਪੁੱਛਿਆ ਮੈਂ ਆਟਾ ਕੀ, ਮੈਂ ਆਟਾ ਸਮਝ ਲਿਆ ਵੀ ਆਟਾ ਚਾਹੁੰਦੇ ਆ ਕਿ ਤੁਹਾਨੂੰ ਆਟਾ ਚਾਹੀਦਾ, ਨਹੀਂ ਕਹਿੰਦੇ ਜੀ ਪੀੜ੍ਹੀ ਦੇ ਨਾਲ ਭਾਈ ਹੁਣੀ ਆਟਾ ਬੰਨਿਆ ਆ, ਮੈਂ ਆਪਣੇ ਮੁੰਡੇ ਦੇ ਹੱਥ ਤੇ ਬੰਨਣਾ। ਮੈਨੂੰ ਫਿਰ ਵੀ ਸਮਝ, ਮੈਂ ਕੀ ਬੰਨਿਆ, ਮੈਂ ਵਾਕਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਉਹ ਪੀੜ੍ਹੀ ਦੇ ਥੱਲੇ ਦੇਖਿਆ ਤਾਂ ਉਹ ਇੱਕ ਧਾਗਾ ਜਿਹਾ ਹੁੰਦਾ ਉਹ ਬੰਨਿਆ ਆ, ਔਰ ਮੈਨੂੰ ਨਹੀਂ ਪਤਾ, ਮੈਂ ਖੋਲ ਕੇ ਲਿਆ ਕੇ ਮੈਂ ਉਹਨੂੰ ਦੇ ਦਿੱਤਾ। ਬਾਅਦ ਵਿੱਚ ਮੈਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਤਾਂ ਲਿਆ? ਕਹਿੰਦੀ ਜੀ ਭਾਈ ਸਾਹਿਬ ਹੁਣੀ ਕਿਹਾ ਸਾਹਿਬ ਇਹਦੇ ਚ ਗੁਰਬਾਣੀ ਦਾ ਅਸਰ ਹੋ ਗਿਆ, ਇਹ ਆਪਣੇ ਮੁੰਡੇ ਦੇ ਬਾਹ ਦੇ ਬੰਨ੍ਹਦੇ, ਉਹ ਜਿੰਨੀਆਂ ਵੀ ਉਹ ਬਿਮਾਰੀਆਂ ਉਹ ਮਹਾਰਾਜ ਆਪਣੇ ਆਪ ਹੀ ਠੀਕ ਕਰਾ। ਉਹ ਤਾਂ ਚਲੋ ਮੇਰੇ ਵਰਗੀ ਸੀ, ਨਹੀਂ ਸੀ ਪਤਾ, ਲੇਕਿਨ ਮੈਨੂੰ ਉਸ ਭਾਈ ਸਾਹਿਬ ਦੇ, ਉਸ ਗ੍ਰੰਥੀ ਸਾਹਿਬ ਦੇ ਉੱਤੇ ਗਿਆਨ ਦੇ ਉੱਤੇ ਮੈਨੂੰ ਅਫਸੋਸ ਹੀ ਮੈਂ ਕਹਿ ਸਕਦਾ, ਹੋਰ ਤਾਂ ਕੁਝ ਨਹੀਂ ਕਹਿ ਸਕਦਾ ਕਿ ਮੇਰੇ ਹੱਥ ਦੇ ਵਿੱਚ ਕੁਛ ਨਾ ਸੀ। ਇਸ ਲਈ ਉਹਨੂੰ ਕਿਹਾ, ਉਹਨੇ ਕਮੇਟੀ ਨੂੰ ਕਿਹਾ ਜੀ ਦੇਖੋ ਜੀ ਇਹ ਇੱਦਾਂ ਤਾਂ ਲੋਕ ਆਉਣਗੇ ਹੀ ਨਹੀਂ, ਇੱਥੇ ਚੱਲੂਗਾ ਨਹੀਂ ਕੰਮ, ਕਿੱਦਾਂ ਚੱਲੂਗਾ, ਗੁਰਦੁਆਰਾ ਕਿੱਦਾਂ ਚੱਲਣਗੇ, ਇਹ ਕਿੱਦਾਂ ਹੋਊਗਾ, ਉਹ ਕਿੱਦਾਂ ਹੋਊਗਾ, ਉਹ ਕਰ ਕਰਾ ਕੇ ਜੀ। ਇਸ ਲਈ ਮੇਰੇ ਤੇ ਗੱਲ ਆਈ, ਮੈਂ ਕਿਹਾ ਜੀ ਚੰਗਾ ਭਰਾਵੋ, ਆਹ ਜਿਹੜਾ ਤੁਸੀਂ ਮੈਨੂੰ ਸੇਵਾ ਦਿੱਤੀ ਹੈ ਤੁਸੀਂ ਸਾਂਭ ਲਓ, ਮੇਰੇ ਤੇ ਨਹੀਂ ਹੁੰਦੀ। ਜੇ ਮੈਂ ਪੜ੍ਹ ਲਿਖ ਕੇ ਵੀ ਮੈਂ ਇਸ ਪਖੰਡ ਦੇ ਪਿੱਛੇ ਚੱਲਣਾ ਤਾਂ ਨਹੀਂ, ਚਲੋ ਇਸ ਗੱਲ ਨੂੰ ਛੱਡਦੇ ਆ। ਮਤਲਬ ਮੇਰੇ ਖਾਲਸੇ ਤੇ ਅਸੀਂ ਗੱਲ ਚੱਲੀ ਸੀ, ਖਾਲਸਾ ਐਕਚੁਅਲ ਕੀ ਸੀ, ਜਿਸ ਤਰ੍ਹਾਂ ਕਾਲਾ ਸਿੰਘ ਹੁਣੀ ਬੜੀ ਬਾਖੂਬੀ ਦੱਸਿਆ, ਅੱਜ ਤਾਈਂ ਅਸੀਂ ਉਹ ਕਦੀ ਬੱਕਰਿਆਂ ਦੇ ਸਿਰ ਵੱਢ ਲੈਂਦੇ ਹਾਂ, ਕਦੀ ਆਦਮੀਆਂ ਵੀ ਸਿਰ ਵੱਢ ਗਏ, ਕਹਿੰਦੇ ਨਹੀਂ ਜੀ ਜੋੜੇ ਨੇ, ਗੁਰੂ ਗੋਬਿੰਦ ਸਿੰਘ ਦੇ ਵਿੱਚ ਉਹਨਾਂ ਦੇ ਵਿੱਚ ਤਾਕਤ ਸੀ, ਅਸੀਂ ਇੱਕ ਪਤਾ ਨਹੀਂ ਕਿਹੜੀ ਲਫ਼ਜ਼ ਤੋਂ ਕੱਢ ਲਿਆ। ਗੁਰਬਾਣੀ ਦੇ ਵਿੱਚ ਹੁੰਦੇ ਹੋਏ ਜੇ ਉਹਨਾਂ ਦੇ ਵਿੱਚ ਤਾਕਤ ਹੁੰਦੀ ਕਿ ਉਹਨਾਂ ਨੂੰ ਪਤਾ ਨਾ ਸੀ, ਉਹ ਇੱਕ ਵੱਡੇ ਜਰਨੈਲ ਤਾਂ ਹੋ ਸਕਦੇ ਆ, ਪਰ ਅਸੀਂ ਉਹਨਾਂ ਨੂੰ ਇੱਕ ਔਲੀਏ ਬਣਾ ਦਿੱਤਾ। ਉੱਥੋਂ ਜਿਹੜੇ ਉਹਨਾਂ ਦੇ ਬਾਪ ਦਾ ਖਰੀਦਿਆ ਹੋਏ ਉਹ ਜਗ੍ਹਾ ਜ਼ਮੀਨ ਜਿਹਦੀ ਹਜੇ ਤਾਈਂ ਵੀ ਰਜਿਸਟਰੀ ਉਹ ਬੋਲਦੀ ਆ ਕਾਗਜ਼ਾਂ ਦੇ ਵਿੱਚ, ਦੂਸਰਿਆਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਉਹ ਛੱਡਣ ਦੇ ਲਈ। ਔਰ ਤੁਸੀਂ ਉਹ ਬਦਾਵੀਆ ਵੀ ਲਿਖਦੇ ਹੋ, ਕਰਦੇ ਕਿਉਂ? ਉਹਨਾਂ ਨੇ ਜੇ ਬਦਾਵਾ ਲਿਖਿਆ ਜਾਂ ਨਹੀਂ ਲਿਖਿਆ ਉਹ ਕੁਐਸਚਨ ਨਹੀਂ, ਜਿਹੜੇ ਛੱਡ ਕੇ ਗਏ ਕਿਉਂ ਛੱਡ ਕੇ ਗਏ? ਭੁੱਖ ਦੇ ਮਾਰੇ। ਅਸੀਂ ਇਸ ਚੀਜ਼ ਦੀ ਡੂੰਘਾਈ ਦੇ ਵਿੱਚ ਕਿਉਂ ਨਹੀਂ ਜਾਂਦੇ? ਇੱਕ ਸ਼ਾਹੀ ਜਰਨੈਲ ਜਿਹਦੇ ਅੱਛਾ ਜਰਨੈਲ ਹੁੰਦਾ, ਉਹ ਆਪਣੀ ਫੌਜ ਨੂੰ ਬਚਾਉਣ ਦੇ ਲਈ ਕਈ ਦਫਾ ਉਹਨੂੰ ਰਿਟਾਇਰ ਹੋਣਾ ਪੈਂਦਾ, ਪਿੱਛੇ ਜਾਣਾ ਪੈਂਦਾ, ਛੱਡਣਾ ਪੈਂਦਾ ਮੈਦਾਨ, ਕਿਉਂਕਿ ਦੁਸ਼ਮਣ ਉਸ ਵੇਲੇ ਹੈ ਵੀ ਹੁੰਦਾ। ਡਾਕਟਰ ਸਾਹਿਬ ਹਾਂਜੀ ਸੌਰੀ ਖਤਮ ਕਰ ਲੈਣਾ ਨਾ, ਚਲੋ ਹਾਂਜੀ ਤੁਸੀਂ ਮੈਂ ਹਾਂਜੀ ਸੁਖਮੰਦਰ ਸਿੰਘ ਜੀ, ਤੁਸੀਂ ਮੈਂ ਜਾਣ ਤੁਸੀਂ ਮੇਰਾ ਨਾਂ ਲਿਆ ਕਿ ਇਹ ਨਾ ਸਮਝੋ ਕਿ ਮੇਰੇ ਚ ਕੋਈ ਹੋਵੇ, ਮੈਂ ਕੰਮ ਕਰਨਾ ਸੀ ਦੀ, ਕੱਲ ਮੇਰਾ ਲੈਕਚਰ ਹੈ। ਸੋ ਤੁਹਾਡੇ ਹੁਕਮ ਨੂੰ ਸਿਰ ਮੱਥੇ ਰੱਖਦਿਆਂ ਮੈਂ ਸਿਰਫ 1 ਮਿੰਟ ਚ ਗੱਲ ਕਰਦਾ। ਹਾਂਜੀ, ਕਿਉਂਕਿ ਜੇ ਉਹ ਜਾਣਾ ਆਖਾਂ ਨਹੀਂ ਕਹਿਣਾ ਕਸਰ ਨਾ ਜਾਈ, ਇੱਕ ਬੁੱਝਣ ਇੱਕ ਲਫ਼ਜ਼ ਸ਼ਬਦ ਗੁਰੂ ਸਾਹਿਬ ਨੇ ਬਾਰ-ਬਾਰ ਗੁਰਬਾਣੀ ਚ ਕਿਹਾ ਹੈਗਾ, ਕਰ ਕਿਰਪਾ ਰੱਖੋ ਰਖਵਾਲੇ, ਬਿਨ ਬੂਝੇ ਪਸ਼ੂ ਭੇ ਬਿਤਾਲੇ, वेद पाठ संसार की आर पढ़ पढ़ पंडित करे बखार, बिन बूझे सब होए खुआर। ਜਿਹੜਾ ਬੁੱਝਣ ਹੈ ਬੜਾ ਔਖਾ ਹੈ, ਔਰ ਗੁਰਬਾਣੀ ਦੇ ਵਿੱਚ ਜਿੰਨਾ ਚਿਰ ਉਹ ਕਪਾਟ ਨਹੀਂ ਨਾ ਖੁੱਲਦੇ, ਅਸਲੀਅਤ ਰੀਜ਼ਨ ਫੇਰ ਹੀ ਪ੍ਰਗਟ ਹੋਏਗਾ
जीवित मरे बूझे सिर कोई। सो प्लीज मेरी तो यही अरदास है कि केयरफुली जो गुरु ग्रंथ पढ़ते हो ना नोट करना कि बुझन लफ्ज कदों ते किथे ते क्यों आउंदा है। वो बुझन तक पहुंचण तो पहला काफी कुछ असीं भुलेखां च पै सकदे हां। वो बुझन तो बाद क्लैरिटी आ सकती है। और all these efforts which you are making through invited lecturers, Sir Kala Singh and Dr. Kala Singh or others, they are contributing to our journey towards that. In no way I am implying belittling their efforts of what we learn here, but just मेरा अपना विचार है। वाहिगुरू जी का खालसा वाहिगुरू जी की फतेह। ਹਾਂਜੀ ਡਾਕਟਰ ਕਾਲਾ ਸਿੰਘ ਜੀ ਤੁਸੀਂ ਕੋਈ ਹੁਣ ਪਾਸ ਆਨ ਕਰ ਸਕਦੇ ਹੋ ਸਾਰੇ ਪਲੀਜ਼। ਇਹ ਵੈਸੇ ਸਾਡੀ ਸਾਰਿਆਂ ਦੀ ਇਹੀ ਜਰਨੀ ਹੈ ਕਿ ਅਸੀਂ ਕੁਝ ਨਾ ਕੁਝ ਸਿੱਖੀਏ ਔਰ ਸਿੱਖ ਕੇ ਇਹ ਨਹੀਂ ਕਿ ਇੱਥੇ ਹੀ ਖਤਮ ਕਰ ਜਾਣਾ, ਆਪਣੇ ਤੇ ਜਿਹੜੀ ਇਹਦੇ ਵਿੱਚੋਂ ਚੰਗੀ ਚੀਜ਼ ਹੈ ਉਹਨੂੰ ਅਪਲਾਈ ਕਰੀਏ। ਪਲੀਜ਼ ਮੇਰੀ ਹਮੇਸ਼ਾ ਸਾਰਿਆਂ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੁੰਦੀ ਹੈ ਕਿ ਆਪਣੇ ਆਪ ਨੂੰ ਇੰਟਰੋਸਪੈਕਟ ਕਰੋ, ਆਪਣੇ ਆਪ ਨੂੰ। ਕੋਈ ਪਹਿਲੇ ਦੂਜਿਆਂ ਦੇ ਜੱਜਮੈਂਟ ਨਾ ਪਾਸ ਆਨ ਕਰੋ, ਪਹਿਲੇ ਆਪਣੇ ਆਪ ਨੂੰ ਇੰਟਰੋਸਪੈਕਟ ਕਰੋ ਤੇ ਆਪਣੇ ਆਪ ਨੂੰ ਹੀ ਠੀਕ ਕਰੋ। ਔਰ ਬੇਸ਼ੱਕ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਆ ਘਰਾਂ ਦੇ ਵਿੱਚ ਆਪ ਡਿਸਕਸ ਕਰੋ, ਡਾਈਨਿੰਗ ਰੂਮਸ ਵਿੱਚ ਐਂਡ ਡਰਾਇੰਗ ਰੂਮਸ ਵਿੱਚ ਡਿਸਕਸ ਹੋਣੀਆਂ ਚਾਹੀਦੀਆਂ, ਤਾਂ ਹੀ ਇਹ ਅੱਗੇ ਵਧੇਗਾ। ਇਹੀ ਘਰ ਘਰ ਧਰਮਸਾਲ ਆ, ਕਿਸੇ ਤੇ ਡਿਪੈਂਡ ਨਾ ਕਰੋ, ਗੁਰਦੁਆਰਿਆਂ ਤੇ ਜਾਂ ਕਿਸੇ ਤੇ ਡਿਪੈਂਡ ਨਾ ਕਰੋ। ਉਹ ਆਪਣਾ ਕੰਮ ਕਰੀ ਜਾਣਗੇ, ਅਸੀਂ ਆਪਣਾ ਸਾਰੇ ਜਣੇ ਜਿਹੜਾ ਸਾਡੇ ਜ਼ਿੰਮੇ ਕੰਮ ਲਾਇਆ ਗੁਰੂ ਮਹਾਰਾਜ ਨੇ ਅਸੀਂ ਉਹ ਜ਼ਰੂਰ ਕਰੀਏ। ਡਾਕਟਰ ਕਾਲਾ ਸਿੰਘ ਜੀ ਮੈਂ ਤੁਹਾਡਾ ਟਾਈਮ ਲੈ ਰਿਹਾ, ਪਲੀਜ਼ ਤੁਸੀਂ ਕੋਈ ਕਮੈਂਟਸ ਦਿਓ। ਨਹੀਂ ਥੈਂਕ ਯੂ ਵੈਰੀ ਮਚ ਜੀ, ਮੈਂ ਬਸ ਕੁਛ ਨਹੀਂ ਕਹਿਣਾ ਹੁਣ। ਆਈ ਐਮ ਥੈਂਕਫੁਲ ਟੂ ਯੂ। ਅੱਛਾ ਫਿਰ ਗੁਰਚਰਨ ਸਿੰਘ ਹੋਰਾਂ ਨੇ ਫਿਰ ਰੇਜ਼ ਕੀਤਾ ਹੈ। ਮੇਰਾ ਡਾਕਟਰ ਕਾਲਾ ਸਿੰਘ ਜੀ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸਵਾਲ ਸੀ ਵੀ ਗੁਰੂ ਅੰਗਦ ਪਾਤਸ਼ਾਹ ਬਾਰੇ ਜਦੋਂ ਇਹਨਾਂ ਨੇ ਸੇਵਾ ਦੀ ਗੱਲ ਕੀਤੀ ਹੈ ਤੇ ਤੁਹਾਡਾ ਮੈਡੀਕਲ ਸਾਇੰਸ ਦੀ ਟਰਮ 'ਚ ਕਹਿੰਦੇ ਵੀ ਸਾਊਂਡ ਮਾਈਂਡ ਲਿਵਸ ਇਨ ਸਾਊਂਡ ਬਾਡੀ, ਤੇ ਗੁਰੂ ਸਾਹਿਬ ਦੇ ਤੁਸੀਂ ਮਾਲਾ ਖਾੜਿਆਂ ਦਾ ਜ਼ਿਕਰ ਛੱਡ ਗਏ ਡਾਕਟਰ ਸਾਹਿਬ। ਹਾਂਜੀ ਡਾਕਟਰ ਕਾਲਾ ਸਿੰਘ ਜੀ, ਮੈਂ ਕਿਹਾ ਤੁਸੀਂ ਗੁਰੂ ਅੰਗਦ ਪਾਤਸ਼ਾਹ ਨੇ ਮਾਲਾ ਖਾੜੇ ਬਣਾਏ ਖੰਡੂਰ 'ਚ ਕਿ ਜੇ ਸਾਡੇ ਬੰਦੇ ਰਿਸ਼ਟ ਪੁਸ਼ਟ ਹੋਣਗੇ ਤੇ ਤਾਂ ਹੀ ਲੜਾਈ ਲੜਨਗੇ ਨਾ। ਬਿਲਕੁਲ ਜੀ, ਹਾਂਜੀ, ਉਹਦਾ ਜ਼ਿਕਰ ਛੱਡ ਕੇ ਮੈਂ ਸਿਰਫ ਤੁਹਾਡੇ ਨੋਟਿਸ ਹੀ ਲੈਣਾ ਚਾਹੁੰਦਾ। ਥੈਂਕ ਯੂ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਥੈਂਕ ਯੂ ਐਵਰੀਬਾਡੀ ਫॉर देयर ਕਮੈਂਟਸ। ਵੀ ਮੈਂ ਵੀ ਕਾਫੀ ਨਹੀਂ ਆਪਣੇ ਰਣਜੀਤ ਸਿੰਘ ਹੋਰਾਂ ਦੇ ਉੱਤੇ ਕੋਈ ਤੁਸੀਂ ਕਮੈਂਟਸ ਦੇਣੇ ਹੋਣ। ਸਰਦਾਰ ਰਣਜੀਤ ਸਿੰਘ ਹੋਰਾਂ ਨੇ ਜਿਹੜੇ ਰੇਜ਼ ਕੀਤੇ ਸੀ ਗੱਲ, ਮੈਨੂੰ ਮੇਰੇ ਕੁਐਸਚਨ ਹਜੇ ਪੂਰੇ ਨਾ ਸੀ ਹੋ ਜੇ ਕਮੈਂਟਸ ਸੀ, ਜੇ ਥੋੜਾ ਜਿਹਾ ਟਾਈਮ ਮਿਲਿਆ ਤਾਂ ਬਾਅਦ ਚ ਦੇ ਦਿਓ, ਨਹੀਂ ਤਾਂ ਠੀਕ ਹੈ। ਬਾਕੀ ਮੈਂ ਅਜੇ ਕੰਪਲੀਟ ਨਾ ਸੀ ਤੇ ਥੋੜੇ ਜਿਹੇ ਦੁੱਖ ਰਹਿੰਦੇ ਸੀ। ਅੱਛਾ ਹਾਂਜੀ ਟਾਈਮ ਦੇ ਬਾਅਦ ਦੇ ਵਿੱਚ ਦੇ ਦਿਓ। ਮੇਰੀ ਗੱਲ ਵੀ ਅੱਜ ਵਿਚਾਲੀ ਰਹਿ ਗਈ ਜੀ। ਚਲੋ ਠੀਕ ਹੈ ਜੀ। ਕੁਲਵੰਤ ਸਿੰਘ ਜੀ ਪਲੀਜ਼, ਮੈਂ ਆਨਾ ਜੀ, ਵਾਪਸ ਆਨਾ ਜੀ ਟਾਈਮ ਦਾ। ਹਾਂਜੀ ਪ੍ਰੋਫੈਸਰ ਕੁਲਵੰਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਡਾਕਟਰ ਕਾਲਾ ਸਿੰਘ ਉਹਨਾਂ ਨੇ ਬੜੀ ਬਰੀਕੀ ਵਿੱਚ ਜਾ ਕੇ ਆਪਾਂ ਨੂੰ ਤੱਤ ਦੀ ਗੱਲ ਸਮਝਾਉਣੀ ਕੀਤੀ ਹੈ। ਮੇਰਾ ਕੁਐਸਚਨ ਉਹਨਾਂ ਨੂੰ ਨਹੀਂ ਹੈ, ਸਰਦਾਰ ਰਣਜੀਤ ਸਿੰਘ ਉਹਨਾਂ ਨੂੰ ਆ। ਇਹਨਾਂ ਦੇ ਹਿਸਾਬ ਦੇ ਨਾਲ ਗੁਰਬਾਣੀ ਦੇ ਵਿੱਚ ਪੱਕਾ ਕੌਣ ਹੈ ਤੇ ਕੱਚਾ ਕੌਣ ਹੈ ਜੀ? ਹਾਂਜੀ ਡਾਕਟਰ ਸਾਹਿਬ ਦੇ ਜਵਾਬ ਇਹਦਾ ਥੋੜਾ ਜਿਹਾ ਡਾਇਵਰਟ, ਚਲੋ ਜੇ ਦੇ ਸਕਦੇ ਹੋ ਤਾਂ ਛੋਟਾ ਜਿਹਾ ਜਵਾਬ ਦੇ ਦਿਓ। ਵੈਲ ਇਟ ਇਜ਼ ਅ ਡਾਇਵਰਸ਼ਨ ਅ ਬਿਟ। ਠੀਕ ਹੈ ਜੀ, ਮੇਰਾ ਖਿਆਲ ਹੈ ਤੁਸੀਂ ਜਵਾਬ ਵੈਸੇ ਮੇਰੇ ਤੋਂ ਪਹਿਲਾਂ ਦੇ ਹੀ ਦਿੱਤਾ ਵੀ ਗੁਰਬਾਣੀ ਨੂੰ ਪੜ੍ਹ ਕੇ ਉੱਤੇ ਜਿਹੜਾ ਅਮਲ ਕਰਦਾ ਹੈ ਉਹ ਪੱਕਾ ਹੈ, ਔਰ ਗੁਰਬਾਣੀ ਦੇ ਹਿਸਾਬ ਦੇ ਨਾਲ ਦੂਸਰਿਆਂ ਨੂੰ ਜਿਹੜਾ ਜੱਜ ਕਰਦਾ ਹੈ ਉਹ ਪੱਕਾ ਹੈ। ਲੇਕਿਨ ਗੁਰਬਾਣੀ ਨੂੰ ਦੂਸਰਿਆਂ ਦੇ ਪਾਸੇ ਲੈ ਕੇ ਜਾਣਾ ਜਾਂ ਦੂਸਰਿਆਂ ਦੇ ਪੱਲੇ ਦੇ ਵਿੱਚ ਛੱਡ ਦੇਣਾ ਉਹ ਕੱਚਾ ਹੈ। ਧੰਨਵਾਦ ਜੀ। ਹਾਂਜੀ ਡਾਕਟਰ ਕਾਲਾ ਸਿੰਘ ਜੀ, ਸ਼ੁੱਡ ਵੀ ਕੰਟੀਨਿਊ ਗੁਰਚਰਨ ਸਿੰਘ ਹੋਰਾਂ ਦੇ ਕੁਐਸਚਨ ਔਰ ਰਣਜੀਤ ਸਿੰਘ ਹੋਰਾਂ ਦੇ ਕੁਐਸਚਨ? ਮੈਂ ਭਾਈ ਰਣਜੀਤ ਸਿੰਘ ਹੋਰਾਂ ਦੇ ਬਾਰੇ ਜਿਹੜਾ ਉਹਨਾਂ ਨੇ ਗੱਲ ਕੀਤੀ ਹੈ ਖਾਲਸੇ ਦੀ,
ਵੀ ਭਗਤ ਕਬੀਰ ਨੇ ਖਾਲਸਾ ਦੀ ਜਿਹੜੀ ਡੈਫੀਨੇਸ਼ਨ ਵਾ ਉਹ ਖੰਡੇ ਬਾਟੇ ਦੀ ਪਹੁਲ ਤੋਂ, ਮੈਂ ਖੰਡੇ ਬਾਟੇ ਲਈ ਕਹਾਂਗਾ ਕਿਉਂਕਿ ਜ਼ਿਆਦਾਤਰ ਇਹੀ ਹੁਣ ਸਾਰੇ ਕਰਦੇ ਨੇ ਜੀ ਜੀ ਵੀ ਖੰਡੇ ਬਾਟੇ ਦੀ ਪਹੁਲ ਤੋਂ ਬਹੁਤ ਹੀ ਪਹਿਲਾਂ ਭਗਤ ਕਬੀਰ ਨੇ ਖਾਲਸੇ ਦੀ ਡੈਫੀਨੇਸ਼ਨ ਦੇ ਦਿੱਤੀ ਸੀਗੀ ਕਿ ਉਹ ਕੋਈ ਵੀ ਇਨਸਾਨ ਜਿਹੜਾ ਕਰਮ ਕਾਂਡਾਂ ਵਿੱਚ ਬਲੀਵ ਨਹੀਂ ਕਰਦਾ ਔਰ ਉਸ ਇੱਕ ਰੱਬ ਨੂੰ, ਹੁਣ ਤੁਸੀਂ ਰੱਬ ਕਹਿ ਲਓ, ਅਕਾਲ ਪੁਰਖ ਕਹਿ ਲਓ, ਜੋ ਵੀ ਕਹਿ ਲਓ, ਉਹਦੇ ਨਾਲ ਡਾਇਰੈਕਟ ਕਨੈਕਸ਼ਨ ਹੈ, ਉਹਦੇ ਨਾਲ ਡਾਇਰੈਕਟ ਜੋ ਰੱਬੀ ਗੁਣ ਨੇ ਆਪਣੇ ਅੰਦਰ ਉਹਨੇ ਪ੍ਰਗਟ ਕਰ ਲਿੱਤੇ ਨੇ, ਉਹ ਰੱਬੀ ਗੁਣ। ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਹੈ, ਸੁਖਦੇਵ ਸਿੰਘ ਬੋਲ ਰਿਹਾ ਜੀ। ਹੈਲੋ, ਹਾਂਜੀ ਪਲੀਜ਼। ਤੇ ਜਿਹਨੇ ਆਪਣੇ ਅੰਦਰ ਰੱਬੀ ਗੁਣ ਉਹ ਕਰ ਲਿੱਤੇ ਨੇ ਪ੍ਰਗਟ, ਤੇ ਉਹ ਖਾਲਸਾ ਹੈ ਨਾ। ਤੇ ਮੈਨੂੰ ਫਿਰ ਕਿਸੇ ਨੇ ਇੱਕ ਵਾਰੀ ਇਹ ਵੀ ਸਵਾਲ ਪੁੱਛਿਆ ਸੀਗਾ, ਤੇ ਫਿਰ ਉਦੋਂ ਗੁਰੂ ਗੋਬਿੰਦ ਸਿੰਘ ਨੇ ਜੋ ਖਾਲਸਾ ਪ੍ਰਗਟ ਕੀਤਾ ਉਹਨੂੰ ਤੁਸੀਂ ਕੀ ਕਹੋਗੇ? ਤੇ ਮੇਰਾ ਉਹਨੂੰ ਜਵਾਬ ਇਹ ਸੀਗਾ ਕਿ ਹਰ ਧਰਮ ਦੇ ਵਿੱਚ ਖਾਲਸਾ ਹੋ ਸਕਦਾ ਹੈ। ਉਧਰ ਉਹਨਾਂ ਨੇ ਇੱਕ ਸਿੱਖ ਖਾਲਸਾ ਬਣਾਇਆ, ਖਾਲਸਾ ਪ੍ਰਗਟ ਕੀਤਾ, ਪਰ ਭਗਤ ਕਬੀਰ ਨੇ ਇੱਕ ਉਸ ਵਕਤ ਕਹਿ ਦਿੱਤਾ ਸੀਗਾ ਵੀ ਜਿਹੜੇ ਇਹ ਜਿਹੜੇ ਜਿਹਦੇ ਗੁਣ ਹੈਗੇ ਨੇ ਔਰ ਕੂੜ ਤੋਂ ਦੂਰ ਵਾ, ਜੋ ਗੁਰੂ ਨਾਨਕ ਨੇ ਕਿਹਾ ਵੀ ਕਿਉਂ ਸੱਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ, ਉਹੀ ਗੱਲ ਭਗਤ ਕਬੀਰ ਨੇ ਕੀਤੀ ਕਿ ਜਿਹੜੇ ਕੂੜ ਤੋਂ ਦੂਰ ਵਾ, ਸਚਿਆਰਤ ਦੇ ਨਾਲ ਹੈ, ਉਹ ਖਾਲਸਾ ਹੈ। ਹਾਂਜੀ ਸਰ, ਕੇਸਰ ਸਿੰਘ ਜੀ ਤੁਸੀਂ ਰੇਜ਼ ਕੀਤਾ ਜੀ। ਵਾਹਿ ਖਾਲਸਾ ਵਾਹਿਗੁਰੂ ਫਤਿਹ। ਜਿਹੜੀ ਗੱਲ ਕੀਤੀ ਹੈ ਨਾ, ਕੱਚਾ ਕੌਣ ਆ ਤੇ ਪੱਕਾ ਕੌਣ ਆ, ਹਾਂਜੀ, ਇਹਦੇ ਬਾਰੇ ਮੈਂ 3 ਪੰਕਤੀਆਂ ਦੱਸਣੀਆਂ ਸੀ, ਰਾਗ ਦੇ ਵਿੱਚ ਹੀ ਆਉਣੀਆਂ ਹੈਗੀਆਂ, ਮੈਨੂੰ ਪੰਨਾ ਨਹੀਂ ਯਾਦ ਹੈਗਾ। ਆਉਣਾ ਹੈਗਾ, ਇੱਕ ਤਿਲ ਪਿਆਰਾ ਬਿਸਰੇ ਰੋਗ ਵੱਡਾ ਮਨੇ ਮਾਹੇ, ਇੱਕ ਤਿਲ ਪਿਆਰਾ ਬਿਸਰੇ ਭਗਤ ਕਨੇਹੀ ਹੋਏ, ਇੱਕ ਤਿਲ ਪਿਆਰਾ ਬਿਸਰੇ ਦੁੱਖ ਲਾਗੇ ਸੁੱਖ ਜਾਏ। ਇਸ ਗੱਲ ਦਾ ਮਤਲਬ ਇਹ ਹੋਇਆ ਕਿ ਜੇ ਇੱਕ ਛੇਣ ਲਈ ਥੋੜੇ ਚਿਰ ਲਈ ਪ੍ਰਮਾਤਮਾ ਜਿਸ ਬੰਦੇ ਨੂੰ ਭੁੱਲ ਜਾਂਦਾ ਆ, ਉਹ ਕੱਚਾ ਆ, ਦੂਆ ਪੱਕਾ ਆ। ਬਾਕੀ ਰਹਿ ਗਈ ਖਾਲਸੇ ਦੀ ਗੱਲ, ਉਹਦੇ ਬਾਰੇ ਮੈਂ ਬਾਹਲਾ ਨਹੀਂ ਕਹਿਣਾ ਹੈਗਾ। ਉਹਦੇ ਬਾਰੇ ਗੱਲ ਇੰਨੀ ਆ ਕਿ 10ਵੇਂ ਪਾਤਸ਼ਾਹ ਨੇ ਜਿਹੜੀ ਫੌਜ ਤਿਆਰ ਕੀਤੀ, ਫੌਜ ਤੋਂ ਪਹਿਲਾਂ ਵੀ ਸੀ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਸੀ, ਪਰ ਕੁਝ ਅਸੂਲ ਦੇ ਦਿੱਤੇ। ਪਰ ਇੱਕ ਚੀਜ਼ ਇੱਕ ਸਾਨੂੰ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਗੁਰੂ ਨਾਨਕ ਹੀ ਆ 10ਵੇਂ ਪਾਤਸ਼ਾਹ ਵੀ, ਉਹਦਾ ਕੋਈ ਫਰਕ ਨਹੀਂ ਹੈਗਾ। ਇਸ ਗੱਲ ਨੂੰ ਯਾਦ ਰੱਖ ਕੇ ਪਹਿਲਾਂ ਤੋਂ ਲੈ ਕੇ ਕੱਚੇ ਵੀ ਸੀ, ਪੱਕੇ ਵੀ ਸੀ, ਯਾਨੀ ਪੱਕਿਆਂ ਦੀ ਗੱਲ ਇੱਥੇ ਆਉਂਦੀ ਹੈ ਕਿ ਬਾਣੀ ਦੇ ਵਿੱਚ ਹੋਰ ਵੀ ਸਾਨੂੰ ਬਹੁਤ ਕੁਝ ਮਿਲ ਜਾਊਗਾ, ਬੜੇ ਸ਼ਬਦ ਆ ਜਾਂਦੇ ਹੈਗੇ ਆ। ਪਰ ਮੈਂ ਇੱਦਾਂ ਹੀ ਸਮਝਦਾ ਹੈਗਾ ਕਿ ਜੇ ਪ੍ਰਮਾਤਮਾ ਨੂੰ ਭੁੱਲ ਗਿਆ, ਕਿ ਛੇਣਲੇ ਵੀ ਭੁੱਲ ਗਿਆ, ਵਿਕਾਰ ਮਨ ਦੇ ਵਿੱਚ ਆ ਗਿਆ, ਤੇ ਹਾਲੇ ਗੁਰਬਾਣੀ ਕਹਿੰਦੀ ਆ ਵੀ ਤੂੰ ਭਾਈ ਬਹੁਤ ਵੱਡਾ ਰੋਗੀ ਆ। ਵਾਹਿਗੁਰੂ ਖਾਲਸਾ ਫਤਿਹ। ਹਾਂਜੀ ਸਰ, ਕਾਬਲ ਸਿੰਘ ਜੀ ਤੁਸੀਂ ਰੇਜ਼ ਕੀਤਾ, ਅਨਮਿਊਟ ਕਰ ਲਓ ਜੀ, ਡਾਕਟਰ ਕਾਬਲ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਹਾਂਜੀ, ਮੈਂ ਪਹਿਲਾਂ ਤਾਂ ਜੀ ਡਾਕਟਰ ਕਾਲਾ ਸਿੰਘ ਦਾ ਬਹੁਤ ਬਹੁਤ ਸਾਰੀ ਸੰਗਤ ਵੱਲੋਂ ਜਾਂ ਆਪਣੇ ਵੱਲੋਂ ਵੀ ਧੰਨਵਾਦੀ ਹਾਂ ਕਿ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ। ਜਿੱਥੋਂ ਤੱਕ ਆਸਮਾ ਕਾਦਰੀ ਦੇ ਲੈਕਚਰ ਦਾ ਵਿੱਚ ਆਇਆ ਸੀ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਲਿਟਰੇਚਰ ਪੜ੍ਹਿਆ। ਸਾਡੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਆਉਂਦਾ ਹੈ ਕਿ ਸਿੱਖ ਜਿਹੜਾ ਹੈ ਉਹ ਹੋਰ ਕਿਸੇ ਧਰਮ ਦੇ ਗ੍ਰੰਥ ਜਾਂ ਕਿਸੇ ਨੂੰ ਨਹੀਂ ਮੰਨਣਾ ਚਾਹੀਦਾ, ਪਰ ਇਹ ਆ ਕਿ ਨੌਲੇਜ ਵਾਸਤੇ ਉਹ ਤੁਸੀਂ ਪੜ੍ਹ ਸਕਦੇ ਜੇ। ਔਰ ਜੇ ਤੁਸੀਂ ਇਹ ਇਸ ਤਰ੍ਹਾਂ ਹੀ ਆਪਾਂ ਵੇਖ ਲਈਏ ਕਿ ਆਸਮਾ ਕਾਦਰੀ ਜੀ ਉਹ ਨੌਲੇਜ ਵਾਸਤੇ ਪੜ੍ਹ ਰਹੇ ਨੇ, ਲਿਟਰੇਚਰ ਇਹਦੇ ਪੜ੍ਹ ਰਹੇ ਨੇ, ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਲਿਖਿਆ ਹੋਇਆ। ਸੋ ਇਹਦੇ ਵਿੱਚ ਕੋਈ ਉਹ ਗਲਤ ਨਹੀਂ ਕਰ ਰਹੇ, ਜਾਂ ਕੋਈ ਸਾਨੂੰ ਵੀ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਸ ਮੈਂ ਇੰਨਾ ਹੀ ਕਹਿਣਾ ਹੈ ਜੀ ਕਿ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। I think we are finished with the questions. ਤੇ ਰਣਜੀਤ ਸਿੰਘ ਹੋਰੀ ਤੇ ਕਾਲਾ ਸਿੰਘ ਹੋਰੀ ਵੈਸੇ ਹੀ ਇਨ ਟੱਚ ਹੈਗੇ ਆ, ਆਪਸ ਵਿੱਚ ਗੱਲ ਤਾਂ ਕਰ ਹੀ ਸਕਦੇ ਆ ਦੋਨੋਂ। ਇੱਕ ਤਾਂ ਤੇ let them meet at Tim Hortons। ਨਹੀਂ ਐਸੀ ਕੋਈ ਗੱਲ ਨਹੀਂ ਜੀ, ਉਹ ਦੀ ਤਾਂ ਕੋਈ ਗੱਲ ਨਹੀਂ ਹੈ। ਜਿਹੜੀ ਕਿ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੋੜੀ ਅੱਜ ਸ਼ੁਰੂ ਕੀਤੀ, ਔਰ ਐਂਡ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ। ਔਰ ਮੈਂ ਉਸ ਚੀਜ਼ ਨੂੰ ਬੜਾ ਮੰਨਦਾ। ਮੈਂ ਤਾਂ ਇਹ ਸਮਝਿਆ ਕਿਤੇ ਉਹ ਆਪਣੇ ਕਿਸੇ ਹੋਰ ਦਾ ਨਾ ਨਾਂ ਲੈ ਦੇਣ, ਕਈ ਦਫਾ ਅਰਥ ਪੜ੍ਹਨ ਦੇ ਲਈ ਕਿਸੇ ਹੋਰ ਦਾ ਵੀ ਇੱਕ
ਉਹ ਜਿਹੜਾ 2 ਵਾਰੀ ਸਾਡੇ ਆ ਵੀ ਚੁੱਕੇ ਨੇ, ਤਾਂ ਉਹ ਆਪਣੇ ਹਿਸਾਬ ਨਾਲ ਕਹਿੰਦੇ ਜੀ ਅੰਦਰ ਦੀ ਗੱਲ ਹੈ। ਇਸ ਲਈ ਅੰਦਰ ਦੀ ਗੱਲ ਕਹਿੰਦੇ ਆ, ਉਸ ਵੇਲੇ ਸਭ ਕੁਝ ਵਿੱਚੇ ਘੁੱਟ ਜਾਂਦਾ, ਇਸ ਲਈ ਅਸੀਂ ਕਲੀਅਰ ਨਹੀਂ ਕਰਦੇ। ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਵੀ ਗੁਰਬਾਣੀ ਹੈ, ਚਾਹੇ ਉਹ ਭਗਤ ਬਾਣੀ ਲੈ ਲਓ, ਮੈਂ ਉਹੀ ਗੱਲ ਕਰਨ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਜਿੱਥੇ ਤਾਈਂ ਮੇਰੀ ਸਟੱਡੀ ਹੈ ਕੋਈ 25-30 ਸਾਲ ਦੀ, ਮੈਂ ਕੋਈ ਲੈਕਚਰ ਨਹੀਂ ਕਰਦਾ, ਵਾ ਕਿਤੇ ਜਾਂਦਾ ਨਹੀਂ, ਲੇਕਿਨ ਮੈਂ ਆਪਣੇ ਆਪ ਲਈ ਸਟੱਡੀ ਜ਼ਰੂਰ ਕਰਦਾ, ਔਰ ਮੇਰੇ ਆਪਣੇ ਕੁਐਸਚਨ ਹੁੰਦੇ ਨੇ, ਔਰ ਜਿਨ੍ਹਾਂ ਦਾ ਮੇਰਾ ਖਿਆਲ ਹੈ ਜੇ ਮੈਂ ਕਾਊਂਟ ਕਰਦਾ ਮੈਂ ਲਿਖੇ ਹੋਏ ਨੇ ਕੋਈ 120-25 ਕੁਐਸਚਨ ਮੇਰੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਔਰ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮੈਂ ਆਪਣੇ ਕੁਐਸਚਨਾਂ ਦੇ ਹੱਲ ਕੱਢੇ ਨੇ, ਔਰ ਮੈਂ ਲਿਖੇ ਨੇ ਹੱਲ ਕੱਢ ਕੇ। ਔਰ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੰਪਾਦਨਾ ਦੇ ਵਿੱਚ ਜਿਹੜੀ ਤਰਤੀਬ ਦਿੱਤੀ ਹੈ, ਤੁਸੀਂ ਸ਼ਾਇਦ ਤੁਹਾਡੇ ਚੋਂ ਬਹੁਤਿਆਂ ਨੇ ਦੇਖਿਆ ਹੋਵੇ, ਇਹਦੇ ਬਾਰੇ ਖਿਆਲ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਨਹੀਂ ਕੀਤਾ ਤਾਂ ਫੋਨ ਕਰਿਓ। ਕੋਈ ਵੀ ਰਾਗ ਸ਼ੁਰੂ ਹੁੰਦਾ ਹੈ ਜਾਂ ਕੋਈ ਵੀ ਨਵੀਂ ਚੀਜ਼ ਸ਼ੁਰੂ ਹੁੰਦੀ ਹੈ, ਤਾਂ ਉਹ ਪਹਿਲਾ ਗੁਰੂ, ਫਿਰ ਦੂਸਰਾ ਗੁਰੂ, ਫਿਰ ਤੀਸਰਾ ਗੁਰੂ, ਜਿੱਦਾਂ ਜਿੱਦਾਂ ਜਿਸ ਗੁਰੂ ਨੇ ਬਾਣੀ ਦਿੱਤੀ ਹੈ, ਪਹਿਲਾਂ ਗੁਰੂ ਦੀ ਬਾਣੀ ਆਉਂਦੀ ਹੈ, ਉਸ ਗੁਰੂ ਦੀ ਬਾਣੀ ਦੇ ਉੱਤੇ ਫਿਰ ਬਾਅਦ ਦੇ ਭਗਤ ਜਿਹੜੇ ਜਾਂ ਹੋਰ ਗੁਰਸਿੱਖ ਨੇ ਉਹ ਬਾਅਦ ਚ ਕਿਉਂ ਆਉਂਦੇ ਨੇ। ਭਗਤਾਂ ਦੀ ਬਾਣੀ ਉੱਤੇ ਗੁਰਬਾਣੀ, ਗੁਰੂ ਦੀ ਬਾਣੀ ਨੂੰ ਨਹੀਂ ਟੈਸਟ ਕੀਤਾ, ਲੇਕਿਨ ਗੁਰੂ ਦੀ ਬਾਣੀ ਦੇ ਉੱਤੇ ਜਿਹੜੇ ਭਗਤਾਂ ਦੀ ਜਿੰਨੇ ਲਫ਼ਜ਼ ਜਾਂ ਜਿੰਨੇ ਸ਼ਬਦ ਸੈੱਟ ਹੋਏ ਉਹ ਵਿੱਚ ਐਡ ਕੀਤੇ ਗਏ। ਉਹ ਤੋਂ ਇਲਾਵਾ ਵੀ ਭਗਤਾਂ ਦੀ ਗੁਰਬਾਣੀ, ਮੇਰੇ ਕਹਿਣ ਦਾ ਆਸਮਾ ਕਾਦਰੀ ਦੇ ਬਾਰੇ ਇਹੋ ਸੀ ਕਿ ਉਹ ਆਸਮਾ ਕਾਦਰੀ ਨੇ ਉਹ ਚੀਜ਼ ਉਹ ਦੱਸ ਰਹੀ ਹੈ ਜਿਹੜੀ ਉਹਦੇ ਹਿਸਾਬ ਦੇ ਨਾਲ, ਉਹਨਾਂ ਦੇ ਮੁਰਸ਼ਦ ਦੇ ਹਿਸਾਬ ਦੇ ਨਾਲ ਜਾਂ ਉਹਨਾਂ ਦੇ ਕੰਮ ਦੇ ਹਿਸਾਬ ਨਾਲ ਫਿੱਟ ਬਣਦੀ ਹੈ। ਲੇਕਿਨ ਅਸੀਂ ਕਿਉਂਕਿ ਸਾਡਾ ਧਰਮ ਕਹਿ ਲਓ, ਮਜ਼ਹਬ ਕਹਿ ਲਓ, ਕੁਛ ਵੀ ਕਹਿ ਲਓ, ਜਿਹਨੂੰ ਅਸੀਂ ਮੰਨਦੇ ਹਾਂ ਸਿੱਖ ਹੈ, ਔਰ ਸਾਨੂੰ ਆਪਣੇ ਹਿਸਾਬ ਦੇ ਨਾਲ ਆਪਣੇ ਧਰਮ ਨੂੰ ਅੱਗੇ ਰੱਖ ਕੇ ਇਹਦੇ ਤੇ ਦੂਸਰੇ ਧਰਮ ਨੂੰ ਟੈਸਟ ਜਾਂ ਜਿਹੜੀ ਦੂਸਰੀ ਬਾਣੀ ਹੈ ਜਾਂ ਕਿਸੇ ਦੇ ਹੋਰ ਦੀ ਬਾਣੀ ਜਾਂ ਹੋਰ ਦਾ ਗਿਆਨ ਹੈ, ਉਸ ਚੀਜ਼ ਨੂੰ ਟੈਸਟ ਕਰਨ ਦੇ ਲਈ ਸਾਡੀ ਕੀ ਕਸਵੱਟੀ ਹੋਣੀ ਚਾਹੀਦੀ ਹੈ? ਸਾਡੀ ਕਸਵੱਟੀ ਸਾਡੀ ਗੁਰਬਾਣੀ ਹੋਣੀ ਚਾਹੀਦੀ। ਠੀਕ ਹੈ, ਬਿਲਕੁਲ ਠੀਕ ਹੈ। ਹੁਣ ਚਲੋ ਡਾਕਟਰ ਕਾਦਰੀ ਤਾਂ ਲਾਹੌਰ ਪਹੁੰਚ ਗਏ। ਨਹੀਂ ਸਿਰਫ ਮੇਰਾ ਨਾਲੇ ਅਸੀਂ ਇਹ ਹੈ ਕਿ ਦੇਖੋ ਜਿਹੜੇ ਸਾਡੇ ਕੋਲ ਕਈ ਵਾਰੀ ਸਾਡੇ ਆਊਟ ਆਫ ਦੀ ਰਿਲੀਜਨ ਵਿਦਵਾਨ ਜਾਂ ਜੋ ਕਾਲਡ ਆਉਂਦੇ ਆ, ਅਸੀਂ ਉਹਨਾਂ ਦੇ ਕੋਲੋਂ ਲਾਹਾ ਲੈਣਾ ਜੋ ਵੀ ਅਸੀਂ ਲੈ ਸਕਦੇ ਹਾਂ, ਅਸੀਂ ਸਾਰਿਆਂ ਨੇ ਮਿਲ ਕੇ ਜਿਹੜੇ ਉਹਨਾਂ ਦੇ ਚੰਗੇ ਪੁਆਇੰਟਸ ਆ, ਮੈਂ ਹਮੇਸ਼ਾ ਇੱਥੇ ਕਹਿੰਦਾ ਕਿ ਸਾਡਾ ਸਾਰਿਆਂ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ, ਠੀਕ। ਐਂਡ ਵੀ ਨੈਵਰ ਇੰਡੋਰਸ ਐਨੀਥਿੰਗ। ਜਿਹੜੇ ਤੁਹਾਨੂੰ ਸਾਰਿਆਂ ਨੂੰ ਚੰਗੀ ਚੀਜ਼ ਲੱਗਦੀ ਹੈ ਉਹ ਆਪਣੇ ਝੋਲੀ 'ਚ ਪਾ ਲਓ, ਬਾਕੀ ਛੱਡ ਦਿਓ, ਆਪਣੇ ਆਪ ਨੂੰ ਇੰਪਰੂਵ ਕਰੋ। ਮੈਂ ਹਮੇਸ਼ਾ ਹੀ ਇਹੀ ਕਹਿੰਦਾ ਕਿ ਜੇ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਦੇ ਹਾਂ ਤੇ ਦੈਟ ਇਜ਼ ਦੀ ਓਨਲੀ ਪਰਪਸ ਆਫ ਦਿਸ ਸੈਮੀਨਾਰ, ਤੇ ਅਦਰਵਾਈਜ਼ ਹੋਰ ਕੋਈ ਪਰਪਸ ਨਹੀਂ। ਤੇ ਜੇ ਅਸੀਂ ਕਹੀਏ ਹਰ ਸਪੀਕਰ ਪਰਫੈਕਟ ਹੋਏਗਾ, ਨੈਵਰ। ਕੋਈ ਸਪੀਕਰ ਵੀ 100% ਨਾ ਕਲੇਮ ਕਰ ਸਕਦਾ ਕਿ ਉਹ ਪਰਫੈਕਟ ਹੈ, ਤੇ ਨਾ ਹੀ ਉਹ ਅਸੀਂ ਕਲੇਮ ਕਰ ਸਕਦੇ ਹਾਂ ਕਿ ਉਹ ਪਰਫੈਕਟ ਹੈ, ਕਿਉਂਕਿ ਸਾਨੂੰ ਨਹੀਂ ਪਤਾ ਕੀ ਚੀਜ਼, ਕਿਸੇ ਬਾਰੇ ਜੱਜਮੈਂਟ ਜਦ ਅਸੀਂ ਪਾਸ ਹੀ ਨਹੀਂ ਕਰ ਸਕਦੇ ਤੇ ਫਿਰ ਅਸੀਂ ਕਿੱਦਾਂ ਕਲੇਮ ਕਰ ਸਕਦੇ। ਪਰ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ, ਗੁਣ ਆਪਣੇ ਵਿੱਚ ਗੁਣਾਂ ਦਾ ਵਾਸਲਾ ਕਰਨਾ ਉਹ ਇੰਪੋਰਟੈਂਟ ਹੈ। ਜਿਹੜਾ ਵੀ ਅਵਗੁਣ ਛੱਡਿਆ ਜਾ ਸਕਦਾ, ਜੋ ਵੀ ਅੱਜ ਤੋਂ ਸਿੱਖਿਆ ਉਹਦੇ ਭਾਵੇਂ 1%, 2%, 5%, ਕੋਈ ਵੀ, ਮੈਨੂੰ ਅੱਜ ਤੋਂ ਇੰਪਰੂਵਮੈਂਟ ਕੀ ਹੋਈ ਹੈ, that is the most important part ਜਿਹੜਾ ਮੈਂ ਮਹਿਸੂਸ ਕਰਦਾ। ਹੋ ਸਕਦਾ ਮੇਰੇ ਨਾਲ ਕਈ ਸਹਿਮਤ ਹੋਣ ਨਾ ਹੋਣ, ਪਰ ਮੇਰੀ ਇਹ ਫੀਲਿੰਗ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ। ਡਾਕਟਰ ਸਾਹਿਬ ਤੁਹਾਡਾ ਕੁਐਸਚਨ ਇੱਕ ਰਹਿ ਗਿਆ, ਉਹਦਾ ਆਨਸਰ ਨਹੀਂ ਦਿੱਤਾ। ਤੁਸੀਂ ਕੁਐਸਚਨ ਕੀਤਾ ਸੀ, ਲੇਕਿਨ ਮੈਂ ਸੋਚਦਾ ਸੀ ਡਾਕਟਰ ਕਾਲਾ ਸਿੰਘ ਉਹਦਾ ਆਨਸਰ ਦੇਣਗੇ। ਕਿਹੜਾ ਕੁਐਸਚਨ ਜੀ? ਮੈਨੂੰ ਇਹਨਾਂ ਨੇ ਕਰੇਜ ਦਾ ਮੇਰਾ ਖਿਆਲ ਕੁਐਸਚਨ ਕੀਤਾ। ਹਾਂ, ਮੈਂ ਕੁਐਸਚਨ ਕੀਤਾ ਸੀ ਕਿ ਜਿਹੜੀ ਹਿੰਮਤ ਆਉਂਦੀ ਹੈ, ਕਰੇ ਜਾਂਦੀ ਹੈ ਅਗੇਂਸਟ ਸਟੈਂਡ ਕਰਨ ਦੀ, ਉਹ ਕਿਹੜੀ ਚੀਜ਼, ਕਿਹੜਾ ਐਸਾ ਪੱਖ ਹੈ ਜਿਹਦੇ ਵਿੱਚ ਉਹ ਚੀਜ਼ ਪੈਦਾ ਹੋ ਜਾਂਦੀ ਹੈ ਤੇ ਉਹ ਸਾਡੇ ਵਿੱਚ ਹੁਣ ਨਹੀਂ ਹੈਗੀ।
ਹੁਣ ਅਸੀਂ ਦੇਖੋ ਕਈ ਵਾਰੀ ਕਈ ਚੀਜ਼ਾਂ ਦੇ ਅਗੇਂਸਟ ਸਾਡੇ ਚੀਜ਼ਾਂ ਹੁੰਦੀਆਂ ਅਸੀਂ ਕਰੇਜ ਨਹੀਂ ਆਉਂਦੀ ਸਾਡੇ 'ਚ ਕਿ ਅਸੀਂ ਬੋਲ ਸਕੀਏ ਉਹਦੇ ਅਗੇਂਸਟ। ਔਰ ਅਸੀਂ ਕਈ ਵਾਰੀ ਬਹੁਤ ਘੱਟ ਬੋਲਦੇ ਆ, ਜਾਂ ਅਸੀਂ ਚੁੱਪ ਕਰ ਜਾਂਦੇ ਆ, ਜਾਂ ਅਸੀਂ ਕਹਿੰਦੇ ਛੱਡ ਦਿਓ ਯਾਰ ਕੀ ਲੈਣਾ ਦੇਣਾ। ਇਹ ਕਰੇਜ ਖਾਲਸੇ ਵਿੱਚ ਜਾਂ ਗੁਰੂ ਨਾਨਕ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਤੱਕ ਆਉਂਦਿਆਂ ਤੱਕ ਉਹ ਕਰੇਜ ਕਿੱਦਾਂ ਬਣ ਗਏ। ਜੇ ਇਹ ਲੰਮਾ ਟੌਪਿਕ ਹੈ ਤਾਂ ਆਪਾਂ ਤੁਹਾਨੂੰ ਕਿਸੇ ਨੇ ਫਿਰ ਲੈ ਲਾਂਗੇ, ਐਸੇ ਟੌਪਿਕ ਤੇ ਹੀ ਲੈ ਲਾਂਗੇ। ਹਾਂਜੀ, ਇਹ ਬੜਾ ਵੱਡਾ ਟੌਪਿਕ ਹੈ ਵੈਸੇ, ਪਰ ਇਹਦੇ ਤੇ ਕਿ ਇੱਕ ਲੈਣ ਦਾ ਜਵਾਬ ਇਹਦਾ ਸਿਰਫ ਇਹੀ ਹੈ ਕਿ ਵੀ ਆਰ ਸੈਲਫਿਸ਼, ਵੀ ਮੈਂ ਕੋ ਬਿਨਾ ਗੱਲ ਤੋਂ ਪੰਗੇ ਲਵਾਂ। ਹਾਂ, ਤੇ ਇਹ ਗੱਲ ਸਾਡੇ 'ਚ ਆ ਜਾਂਦੀ ਹੈ। ਇਹ ਗੱਲ ਉਸ ਵਕਤ ਨਹੀਂ ਸੀਗੀ। ਗੁਰੂਆਂ ਨੇ ਇਸ ਗੱਲ ਤੋਂ ਸਾਨੂੰ ਵੀ ਜੇ ਕੋਈ ਓਪਰੈਸ ਕੀਤਾ ਜਾ ਰਿਹਾ ਵਾ ਤੇ ਉਹਦੇ ਖਿਲਾਫ ਆਵਾਜ਼ ਉਠਾਈ ਗੁਰੂ ਸਾਹਿਬਾਨ ਨੇ, ਔਰ ਸਾਨੂੰ ਕਿਹਾ ਕਿ ਤੁਸੀਂ ਆਵਾਜ਼ ਉਠਾਓ, ਔਰ ਕਿਰਪਾਨ ਚੁੱਕੀ। ਪਰ ਅਸੀਂ ਜਿਹੜੇ ਆ ਹੁਣ ਜ਼ਿਆਦਾਤਰ, ਕਿਉਂਕਿ ਜਿਹੜੀ ਚੀਜ਼ ਸਾਨੂੰ ਗੁਰੂ ਨੇ ਰੋਕੀ ਹੈ ਫਰੋਮ ਵਰਡਲੀ ਪੋਜੈਸ਼ਨਸ, ਵਰਡਲੀ ਲਵ, ਉਹ ਸਾਨੂੰ ਜ਼ਿਆਦਾ ਅਸੀਂ ਉਹਦੇ ਪਿੱਛੇ ਪਏ ਹੋਏ ਆ। ਉਸ ਕਰਕੇ ਅਸੀਂ ਕਹਿੰਦੇ ਕਿ ਮੈਂ ਕੋਈ ਪੰਗਾ ਲਵਾਂ, ਤੇ ਅਸੀਂ ਚੁੱਪ ਕਰ ਜਾਂਦੇ ਆ, ਜਿਹੜੀ ਕਿ ਗਲਤ ਗੱਲ ਹੈ। ਪਰ ਇਹਦੇ ਉੱਪਰ ਇੱਕ ਲੰਬੀ ਡਿਸਕਸ਼ਨ ਹੋ ਸਕਦੀ ਹੈ। ਵੈਸੇ ਇਹਦੇ ਤੇ ਤੁਸੀਂ ਤਿਆਰ ਕਰੋ, ਜਦੋਂ ਤਿਆਰ ਹੋਵੋਗੇ ਵੀ ਵਿਲ ਹੈਵ ਅਨਦਰ ਫੁੱਲ ਫਲੈਜਡ ਸੈਮੀਨਾਰ। ਤੁਸੀਂ ਇੱਕ ਕੰਮ ਕਰੋ, ਮੈਨੂੰ ਨਾ WhatsApp ਦੇ ਉੱਪਰ ਇੱਕ ਲਿਖ ਕੇ ਭੇਜ ਦਿਓ ਜਰਾ। ਮੈਂ ਭੇਜ ਦੇਵਾਂਗਾ ਜੀ, ਤੇ ਮੈਂ ਫਿਰ ਉਹਦੇ ਉੱਪਰ ਫਿਰ ਮੈਂ ਆਪਣਾ ਕੰਮ ਸ਼ੁਰੂ ਕਰ ਦਾਂਗਾ। ਹਾਂਜੀ, ਚਲੋ ਤੁਹਾਨੂੰ ਅਸਾਈਨਮੈਂਟ ਮਿਲ ਗਈ। ਸਾਡੇ ਜਿੱਦਾਂ ਹੁੰਦਾ ਸੀਗਾ, ਡਾਕਟਰ ਕਾਬਲ ਸਿੰਘ ਬੈਠੇ, ਅਸਾਈਨਮੈਂਟਾਂ ਮਿਲਦੀਆਂ ਸੀ, ਅਸਾਈਨਮੈਂਟ ਦੇ ਦਿਓ ਡਾਕਟਰ ਕਾਲਾ ਸਿੰਘ ਨੂੰ। ਮੈਂ ਇੱਕ ਸੈਕਿੰਡ ਮੈਂ ਐਡ ਕਰ ਸਕਦਾ ਜੀ ਕੁਝ? ਹਾਂਜੀ, ਮੈਂ ਇਹ ਕਹਿਣਾ ਜੀ ਸਿਰਫ ਕਿ ਜਿਹੜੀ ਡਾਕਟਰ ਕਾਲਾ ਸਿੰਘ ਨੇ ਗੱਲ ਕਹੀ ਹੈ ਨਾ ਕਿ ਅਸੀਂ ਸੈਲਫਿਸ਼ ਹਾਂ, ਉਹ ਸ਼ੁਰੂ ਗੁਰੂ ਸਾਹਿਬ ਦੇ ਵੇਲੇ ਵੀ ਤੇ ਪਹਿਲਾਂ ਵੀ ਤੇ ਬਾਅਦ 'ਚ ਵੀ ਜਿਹੜੇ ਜ਼ਿਆਦਾ ਲੋਕ ਕਰੇਜ ਕੁਛ ਲੋਕਾਂ ਵਿੱਚ ਆਉਂਦਾ ਹੈ, ਬਾਕੀ ਜ਼ਿਆਦਾ ਲੋਕ 'ਚ ਹਾਲਤ ਇਹੋ ਹੀ ਰਹਿੰਦੀ ਹੈ। ਜਿੱਥੋਂ ਤੱਕ ਜੇ ਤੁਸੀਂ ਕਿਸੇ ਵੀ ਟਾਈਮ ਤੇ ਦੇਖ ਲਓ, ਤੇ ਇਹ ਮੇਰਾ ਖਿਆਲ ਹੈ ਜੀ ਕਿ ਉਦੋਂ ਵੀ ਇਹੋ ਜਿਹੇ ਲੋਕ ਸੀ ਜੀ ਕਹਿੰਦੇ ਜੀ ਛੱਡੋ ਆਪਾਂ ਕੀ ਲੈਣਾ, ਉਹ ਪਾਸੇ ਹੋ ਜਾਂਦੇ ਸੀ, ਜਾਂ ਲੋਕੀ ਕੋਈ ਨਹੀਂ ਸੀ ਮੰਨਦੇ। ਤੇ ਉਹੀ ਹਾਲਤ ਵੱਧ ਘਟ ਜਾਂਦੀ ਹੈ ਜਾਂ ਘਟ ਜਾਂਦੀ ਆ। ਤੇ ਜਿਹੜੇ ਕਰੇਜ ਹੁਣ ਵੀ ਹੈਗਾ ਜਿੰਨਾ 'ਚ ਉਹ ਵੀ ਕਰਦੇ ਨੇ। ਸਾਡਾ ਵੀ ਤੁਸੀਂ ਆਪਾਂ ਸਮਝੋ ਕਿ ਆਪਾਂ ਜਿਹੜੀਆਂ ਗੱਲਾਂ ਬਾਤਾਂ ਇੱਥੇ ਸੈਮੀਨਾਰ 'ਚ ਕਰ ਲੈਂਦੇ ਹਾਂ, ਜ਼ੂਮ ਤੇ ਕਰਦੇ ਹਾਂ। ਹੁਣੇ ਹੀ ਗੱਲ ਇਹ ਹੋਈ ਸੀ ਕਿ ਗੁਰਦੁਆਰੇ ਵਿੱਚ ਉੱਥੋਂ ਸਾਨੂੰ ਉਮੀਦ ਨਹੀਂ ਹੈਗੀ, ਇਸ ਕਰਕੇ ਅਸੀਂ ਉੱਥੇ ਕੁਝ ਜ਼ਿਆਦਾ ਨਹੀਂ ਕਰਨ ਨੂੰ ਤਿਆਰ। ਸੋ ਉਹੀ ਗੱਲ ਜਿਹੜੀ ਡਾਕਟਰ ਕਾਲਾ ਸਿੰਘ ਹੋਰਾਂ ਨੇ ਕਹੀ ਸੀ ਕਿ ਇਹ ਹਮੇਸ਼ਾ ਰਹੀ ਹੈ ਜੀ। ਧੰਨਵਾਦ ਜੀ, ਸੌਰੀ ਫॉर द ਇੰਟਰਪਸ਼ਨ। ਥੈਂਕ ਯੂ ਡਾਕਟਰ ਕਾਲਾ ਸਿੰਘ ਜੀ, ਤੁਹਾਡਾ ਬਹੁਤ ਥੈਂਕਸ ਵਾਂਸ ਅਗੇਨ। ਤੇ ਸਾਰਿਆਂ ਦਾ, ਸਾਰੇ ਸੰਗਤਾਂ ਦਾ ਬਹੁਤ ਥੈਂਕਸ। ਨੈਕਸਟ ਜਿਹੜਾ ਸਾਡੇ ਬੜਾ ਇੱਕ ਇੰਪੋਰਟੈਂਟ ਟੌਪਿਕ ਹੈਗਾ ਥੋੜਾ ਜਿਹਾ ਪੋਲੀਟੀਕਲ, the Constitution of India and the Sikhs, ਤੇ ਕੰਡਕਟ ਕਰਨਗੇ ਕਰਨਲ JB ਸਿੰਘ ਰਿਟਾਇਰਡ, ਜਿਹੜੇ US ਤੋਂ ਆਰਮੀ ਤੋਂ ਪਹਿਲੇ ਕਮਿਸ਼ਨਡ ਆਫੀਸਰ ਸੀਗੇ, ਉਹ ਕੰਡਕਟ ਕਰਨਗੇ। ਉਹਨਾਂ ਨੇ ਕਿਤਾਬ ਲਿਖੀ ਹੈ Constitution and the Sikhs, ਉਸਨੂੰ ਬੇਸ ਬਣਾ ਕੇ ਹੀ ਵਿਲ ਬੀ ਕੰਡਕਟਿੰਗ ਕਿ ਜਿੱਥੇ ਸਾਡਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਸਿੱਖਸ ਦਾ ਕੀ ਪ੍ਰੋਸਪੈਕਟਸ ਤੇ ਕੀ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਜਾਂ ਕਿੱਦਾਂ ਦੀਆਂ ਹੈਗੀਆਂ। ਸੋ ਇਸ ਟੌਪਿਕ ਤੇ ਡਾਕਟਰ GB ਸਿੰਘ, ਕਰਨਲ GB ਸਿੰਘ, ਉਹ ਇਸ ਤੇ ਕਰਨਗੇ। ਸੋ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ। ਨੈਕਸਟ ਵੀਕ ਅਸੀਂ ਉਸ ਟੌਪਿਕ ਤੇ ਗੱਲ ਕਰਾਂਗੇ। ਸੋ ਸਾਰਿਆਂ ਦਾ ਬਹੁਤ ਥੈਂਕਸ। ਡਾਕਟਰ ਕਾਲਾ ਸਿੰਘ ਜੀ, once again we thank you very much ਟਾਈਮ ਕੱਢਣ ਲਈ, ਐਫਰਟ ਕਰਨ ਲਈ, ਔਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ।